जय भीम, नमो बुद्धाय, जय गुरुदेव। ਸਾਂਝਿਆਂ ਵਿਚਾਰਾਂ ਦੇ ਅੱਜ ਦੇ ਐਪੀਸੋਡ ਵਿੱਚ ਮੈਂ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਅੱਜ ਜਿਹੜੇ ਵਿਸ਼ੇ 'ਤੇ ਗੱਲ ਕਰਨੀ ਹੈ ਉਹਦੇ ਬਾਰੇ ਮੈਂ ਇੱਕ ਮਾੜੀ ਜਿਹੀ ਅਨਾਉਂਸਮੈਂਟ ਕਰਦਾ ਜਾਵਾਂ ਕਿ ਇੱਕ ਨੌਜਵਾਨ ਪਿਛਲੇ ਹਫ਼ਤੇ ਇਸ ਦੁਨੀਆ ਤੋਂ ਰੁਖਸਤ ਹੋਇਆ ਹੈ। ਸੁਖਦੇਵ ਹੀਰ, ਅਵਤਾਰ ਹੀਰ ਦਾ ਲੜਕਾ। ਅਵਤਾਰ ਹੀਰ ਉਹ ਸ਼ਖਸ ਹਨ ਜਿਹੜੇ ਕਿ ਸ਼੍ਰੀ ਗੁਰੂ ਰਵਿਦਾਸ ਕਲਚਰ ਐਸੋਸੀਏਸ਼ਨ ਬਰਮਿੰਘਮ ਦੇ ਐਕਸ ਪ੍ਰਧਾਨ ਰਹੇ ਹਨ। ਉਹਨਾਂ ਦੇ ਲੜਕੇ ਸੁਖਦੇਵ ਹੀਰ ਦੀ ਮੌਤ ਹੋ ਗਈ ਪਿਛਲੇ ਹਫ਼ਤੇ। ਮੈਂ ਆਪਣੇ ਵੱਲੋਂ, ਅਦਾਰਾ ਕੰਸ਼ੀ TV ਵੱਲੋਂ ਔਰ ਆਪਣੇ ਮਿੱਤਰ ਵੀਰ ਡਾਕਟਰ ਹਰੀਸ਼ ਮਲਹੋਤਰਾ ਵੱਲੋਂ ਬਹੁਤ ਬਹੁਤ ਅਫਸੋਸ ਜ਼ਾਹਰ ਕਰਦੇ ਹਾਂ। ਔਰ ਉਸ ਲੜਕੇ ਦਾ ਸੰਸਕਾਰ ਉਹ ਕੱਲ੍ਹ ਨੂੰ ਸੈਚਰਡੇ 25 ਸਤੰਬਰ ਨੂੰ ਜਿਹੜੀ ਉਹਦੀ ਬੋਡੀ ਆ ਉਹ 11:30 ਤੋਂ 12:15 ਇਹ ਤਕਰੀਬਨ ਪੌਣਾ ਘੰਟਾ ਬਣਦਾ ਹੈ। ਇਹ ਸ਼੍ਰੀ ਗੁਰੂ ਰਵਿਦਾਸ ਭਵਨ ਜੂਨੀਅਰ ਰੋਡ ਹੈਂਡਸੋਲ ਵਿਖੇ ਹੋਵੇਗੀ। ਉੱਥੇ ਅੰਤਮ ਦਰਸ਼ਨ ਕਰਨ ਲਈ ਜਿਹਨੇ ਵੀ ਆਉਣਾ ਉਹ ਆ ਸਕਦਾ। ਇਹ ਮੇਰੀ ਦਿਲੀ ਉਹਨਾਂ ਨਾਲ ਦੁੱਖ ਸਾਂਝਾ ਕਰਨ ਦੀ ਗੱਲ ਸੀ। ਇਹ ਬਹੁਤ ਅਫਸੋਸ ਦੀ ਗੱਲ ਹੈ। ਯੰਗ ਉਮਰ ਸੀ ਉਹਦੀ, ਕੁਛ ਟਾਈਮ ਬਿਮਾਰ ਰਹਿਣ ਤੋਂ ਬਾਅਦ ਜੋ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ। ਅਤੇ ਮੈਂ ਉਸ ਪਰਿਵਾਰ ਨਾਲ ਦੁੱਖ ਜ਼ਾਹਰ ਕਰਦਾ ਹਾਂ ਔਰ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ। ਅਤੇ ਜਿਹੜਾ ਅੱਜ ਦਾ ਟੌਪਿਕ ਹੈ, ਜਿਹੜੀ ਅੱਜ ਦੀ ਗੱਲਬਾਤ ਹੈ, ਉਹ ਵੀ ਮੇਰੀ ਇਸ ਮਸਲੇ ਨਾਲ ਕੋਈ ਸੰਬੰਧਿਤ ਹੈ। ਉਹ ਹੈ ਕਿ ਜਦੋਂ ਘਰ ਵਿੱਚੋਂ ਕਿਸੇ ਜੀ ਨੇ ਰੁਖਸਤ ਹੋ ਜਾਣਾ, ਕਿਸੇ ਜੀ ਦਾ ਕਿਸੇ ਮੈਂਬਰ ਦਾ ਪਰਿਵਾਰ ਦੇ ਵਿੱਚੋਂ ਚਲੇ ਜਾਣਾ, ਜਿੱਥੇ ਕਿ ਬੇਹੱਦ ਦੁਖਦਾਇਕ ਹੁੰਦਾ ਹੈ, ਉੱਥੇ ਜਿਹੜੀਆਂ ਸਾਡੀਆਂ ਰਸਮਾਂ ਕੁਛ ਹੈਗੀਆਂ, ਜਿਹੜੀਆਂ ਸਾਡੇ ਰੀਤੀ ਰਿਵਾਜ ਹੈਗੇ ਆ, ਉਹਦੇ ਵਿੱਚ ਬਹੁਤ ਉਣਤਾਈਆਂ ਹਨ। ਘਰਾਂ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ। ਰਸਮ ਕਿਹੜੀ ਕਿੱਦਾਂ ਕਰਨੀ ਹੈ, ਇਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ। ਆਓ ਪਹਿਲਾਂ ਮੈਂ ਤੁਹਾਨੂੰ ਮਿਲਾ ਦੇਵਾਂ ਆਪਣੇ ਵੀਰ ਡਾਕਟਰ ਹਰੀਸ਼ ਮਲਹੋਤਰਾ ਜੀ। ਮਲਹੋਤਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੀ ਖਬਰ ਵੀ ਦਰਦਨਾਕ ਹੈ, ਲੇਕਿਨ ਜਿਹੜਾ ਮਸਲਾ ਇਹ ਵੀ ਦਰਦਨਾਕ ਹੀ ਹੈ। ਬਿਲਕੁਲ। ਜਦੋਂ ਅਸੀਂ ਇਹ ਚੀਜ਼ ਮੰਨ ਲੈਂਦੇ ਕਿ ਜ਼ਿੰਦਗੀ ਤਾਂ ਵੈਸੇ ਹੀ ਬਹੁਤ ਝਮੇਲਿਆਂ ਭਰੀ ਹੈ। ਹਾਂਜੀ। ਕਿਸੇ ਜੀ ਦਾ ਚਲੇ ਜਾਣਾ ਹੋਰ ਵੀ ਝਮੇਲੇ। ਮਰਨ 'ਤੇ ਕੀ ਕਰਨਾ, ਕਿਹਨੂੰ ਦੱਸਣਾ, ਕਿਹਨੂੰ ਨਹੀਂ ਦੱਸਣਾ, ਸ਼ਰਾਧ ਕਰਨਾ, ਖੰਡ ਪਾਠ ਕਰਨਾ, ਸਧਾਰਨ ਪਾਠ ਕਰਨਾ, ਕੱਪੜੇ ਕਿਹੜੇ ਪਾਉਣੇ, ਯਾਨੀ ਇਹ ਇੰਨਾ ਕੁਛ ਸਮਾਜਿਕ ਤੌਰ 'ਤੇ ਕਈ ਵਾਰੀ ਬੰਦਿਆਂ ਦਾ ਆ ਜਾਣਾ, ਉਹਨਾਂ ਵਿੱਚ ਇੱਕ ਬੰਦਾ ਉਹ ਗੱਲ ਪੁੱਠੀ ਕਰ ਜਾਣਾ। ਯਾਨੀ ਉਹ ਕਈ ਵਾਰੀ ਇੱਦਾਂ ਦਾ ਹੁੰਦਾ ਕਿ ਜਿਹੜਾ ਮਾਹੌਲ ਆ ਉਹ ਬੜਾ ਟੈਨਸ਼ਨ ਜਿਹਾ ਵਿੱਚ ਹੋ ਜਾਂਦਾ। ਤੁਹਾਡਾ ਵੀ ਬਹੁਤ ਸਾਰਾ ਤਜਰਬਾ ਹੋਊਗਾ, ਮੇਰਾ ਵੀ ਬਹੁਤ ਸਾਰਾ ਤਜਰਬਾ। ਕਈ ਵਾਰੀ ਗੱਲ ਇੱਦਾਂ ਦੀ ਕਰਦੇ ਬੰਦਾ ਉਹ ਦੁੱਖ ਘੱਟ ਲੱਗਦਾ ਹੁੰਦਾ ਉਹਨੂੰ, ਲੇਕਿਨ ਜਿਹੜੀ ਗੱਲ ਉਹ ਦੁੱਖ ਜ਼ਿਆਦਾ ਪਹੁੰਚਾ ਜਾਂਦੀ ਕਈ ਵਾਰੀ। ਬਿਲਕੁਲ ਬਿਲਕੁਲ। ਅਤੇ ਡਾਕਟਰ ਸਾਹਿਬ, ਪਹਿਲਾਂ ਤਾਂ ਇਹ ਦੱਸੋ ਵੀ ਕਿਸੇ ਦਾ ਜਾਣਕਾਰ, ਕਿਸੇ ਦਾ ਸਕਾ ਚਲੇ ਜਾਣਾ ਦੁਖਦਾਇਕ ਹੈ, ਜ਼ਾਹਰ ਗੱਲ ਆ। ਜੋ ਅਸੀਂ ਸਮਝ ਨਹੀਂ ਪਾਉਂਦੇ ਉਹ ਇਹ ਆ ਕਿ ਵੀ ਜਿੱਥੇ ਇੰਨਾ ਜ਼ਿਆਦਾ ਦੁੱਖ ਫੈਮਿਲੀ 'ਚ ਹੋਵੇ, ਉੱਥੇ ਅਸੀਂ ਹੋਰ ਝਮੇਲੇ ਖੜ੍ਹੇ ਕਰ ਲੈਣੇ, ਜਾਂ ਕਈ ਜਿਹੜੇ ਕੰਮ ਹੈਗੇ ਉਹ ਬੜੇ ਆਸਾਨ ਕੀਤੇ ਜਾ ਸਕਦੇ ਆ। ਕਿਉਂਕਿ ਅਸੀਂ ਰਸਮਾਂ ਰਿਵਾਜ਼ਾਂ ਵਿੱਚ ਬੱਧੇ ਹੋਣ ਕਰਕੇ ਅਸੀਂ ਕਈ ਉਹ ਭੇਡ ਚਾਲ ਵਾਂਗੂ, ਬੇਸ਼ੱਕ ਸਾਡੇ ਵਿੱਚ ਹਿੰਮਤ ਨਾ ਹੋਵੇ, ਬੇਸ਼ੱਕ ਅਸੀਂ ਉਹ ਕਰਨਾ ਨਾ ਚਾਹੁੰਦੇ ਹੋਈਏ, ਅਸੀਂ ਫਿਰ ਵੀ ਧੱਕਾ ਜੋਰੀ ਨਾਲ ਉਹ ਕਰੀ ਜਾਂਦੇ ਹਾਂ। ਸਾਡਾ ਮਨ ਨਹੀਂ ਮੰਨਦਾ ਹੁੰਦਾ। ਬਹੁਤ ਸਾਰੇ ਬੰਦੇ ਬਹੁਤ ਅਕਲ ਵਾਲੇ ਆ, ਪੜ੍ਹੇ ਲਿਖੇ ਆ, ਬਿਲਕੁਲ, ਉਹ ਕਹਿੰਦੇ ਵੀ ਆਹ ਇੱਦਾਂ ਕਿਉਂ ਕਰਦੇ ਆ, ਪਰ ਉਹ ਬਾਅਦ 'ਚ ਕਹਿੰਦੇ ਆ ਜਾਂ ਅੱਗੇ ਪਿੱਛੇ ਕਹਿਣਗੇ, ਲੇਕਿਨ ਜਦੋਂ ਉਹ ਕਰਨੇ ਪੈਂਦੇ ਆ ਉਹ ਨਾ ਚਾਹੁੰਦੇ ਹੋਏ ਵੀ ਕਰੀ ਜਾਂਦੇ ਆ। ਤੁਹਾਡਾ ਐਕਸਪੀਰੀਅੰਸ ਸੀਗਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
प्यारे स्रोतिओ, प्यारे दर्शकों, जिस तरह मेरे वीर ने गल की हैगी आ, मसला अज का जिहड़ा है बहुत दुखदायक है। पिछले हफ्ते कुछ जाति कारणों करके मैं हाजिर नहीं हो सकिया, वो मैं तुहाडे तो खिमा मंगदा। जिहड़ा अज का मसला हैगा इहदे लई इहदे विच साडे आपां नूं हर जाति तजर्बा भी है ते आपां लोकां विच भी देखदे हां। एक तो यह होंगे भी उस टाइम ते जिहड़ा परिवार हुंदा, जिस परिवार का जी चल जाता, बच्चा चल जाता, भरा चल जाता, भैन चल जाती है, बाप चल जाता, ਜਾਂ ग्रैंड पेरेंट्स ਦੇ ਵਿੱਚੋਂ ਕੋਈ चल ਜਾਂਦਾ ਹੈਗਾ। एक तो पहले ਉਹ परिवार काफ़ी डाउन ਹੁੰਦਾ। दूसरा ये देखने में आया है भी साडे परिवार ਦੇ ਵਿੱਚੋਂ ਜਿਹੜੇ रिश्ते नाते ਹੁੰਦੇ है, मैं जी घर का जवाई हैगा, मैं जी घर का फलाना ताया लगता, मैं जी चाचा लगता, मैं जी फलाना लगता हैगा। वो अननैसेसरली आन के तुहाडे ते प्रैशर पाउंदे आ, नहीं जी इहदी रस्म जानी कि इदां करनी चाहिए, उहदी रस्म जानी कि इदां करनी चाहिए है। वो परिवार पहला ही जिहड़ा घर दे विच वड्डा हुंदा हैगा जां छोटा कोई है जिहड़ा उस टाइम ते जिम्मेवारी संभालण दे योग हुंदा, वो पहले काफ़ी डाउन हुंदा। ਉਹਦੇ 'ਤੇ आन के कुछ इहो जिहे प्रैशरस पाउणे जिहड़े कि हो सकदा ਉਹਦੇ अकीदे नालों, ਉਹਦੀਆਂ कदरां कीमतां नालों, ਉਹਦੇ वैल्यू सिस्टम नालों बिल्कुल ही वखरे होण। ਉਹ ਤੁਸੀਂ ਉਹਦਾ दुख वंडाउण ਦੀ बजाए दुख ਜਿਹੜਾ ਤੁਸੀਂ ਉਹਦਾ ਵਧਾਉਂਦੇ ਆ। ਦੇਖਣ ਵਿੱਚ ਇਹ ਹੈਗਾ जिस तरह यानी कि ਆਪਾਂ ਨੂੰ पता भी है कि वो टेंशन यानी कि ਇੰਨੀ ਜ਼ਿਆਦਾ ਵੱਧ ਜਾਂਦੀ ਆ। ਇੱਕ ਤਾਂ ਘਰ ਵਿੱਚ ਮੌਤ ਹੋਈ ਹੁੰਦੀ ਹੈਗੀ ਆ, ਉਹ ਟੈਨਸ਼ਨ ਦਾ ਮਾਹੌਲ ਇਹੋ ਜਿਹਾ ਹੈਗਾ, ਉਹ ਮੌਤ ਨੂੰ ਦੇ ਟੈਨਸ਼ਨ ਦੇ ਜਾਣੀ ਕਿ ਜਿਹੜਾ ਦਰਦ ਹੈਗਾ ਉਹਨੂੰ ਵੀ ਡਬਲ ਤੇ ਟ੍ਰਿਪਲ ਜਾਣੀ ਕਿ ਕਰ ਦਿੰਦਾ ਹੈ। ਕੀ ਕਦੀ ਅਸੀਂ ਸੋਚਿਆ ਹੈ ਵੀ ਸਾਡਾ ਕੀ ਹੱਕ ਹੈਗਾ ਵੀ ਅਸੀਂ ਜਾ ਕੇ ਉਸ ਪਰਿਵਾਰ ਦਾ ਦੁੱਖ ਵੰਡਾਉਣਾ ਹੈਗਾ, ਜਾਣੀ ਕਿ ਜਾਂ ਦੁੱਖ ਨੂੰ ਵਧਾਉਣਾ ਹੈਗਾ। ਇੱਥੋਂ ਤੱਕ ਵੀ ਮੈਂ ਦੇਖਿਆ ਹੈਗਾ ਕੁਛ ਪਰਿਵਾਰਾਂ ਵਿੱਚ ਉਹਨਾਂ ਦਾ ਆਪਣਾ ਹੀ ਕੋਈ ਏਜੰਡਾ ਹੁੰਦਾ। ਉਹ ਤੁਸੀਂ ਫਲਾਣੇ ਨੂੰ ਇੰਡੀਆ ਤੋਂ ਮੰਗਾ ਲਓ, ਉਹ ਭੱਜਣਾ ਇੱਥੇ ਇੰਡੀਆ ਤੋਂ ਇੱਥੇ ਆ ਹੀ ਜਾਊਗਾ, ਇੱਥੇ ਟਿਕ ਜਾਊਗਾ। ਤੁਸੀਂ ਯਾਨੀ ਕਿ ਦੁੱਖ ਵੰਡਾਉਣ ਨਹੀਂ ਜਾਂਦੇ। ਮੇਰੇ ਖਿਆਲ ਤੁਸੀਂ ਉੱਥੇ ਵਪਾਰੀਕਰਨ ਜਿਹੜਾ ਹੈਗਾ ਕਰਨ ਜਾਂਦੇ ਹੈਗੇ, ਆਪਣਾ ਵਪਾਰ ਚਲਾਉਣ ਜਾਂਦੇ ਹੈਗੇ, ਯਾਨੀ ਕਿ ਜਾਂ ਤੁਹਾਡਾ ਕੋਈ ਹੋਰ ਮਕਸਦ ਹੈਗਾ ਜਿਹੜਾ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਸ਼ਾਇਦ ਆਪਣੇ ਮਾਮਲੇ ਵਿੱਚ ਨਹੀਂ ਪੂਰਾ ਕਰ ਸਕੇ। ਮੈਂ ਸਮਝਦਾ ਲੈ ਵੀ ਪਹਿਲੀ ਗੱਲ ਤਾਂ ਇਹ ਹੈ ਲੈ ਵੀ ਜਦੋਂ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਅਸੀਂ ਮਸਲੇ ਬਾਰੇ ਗੱਲ ਨਹੀਂ ਕਰਦੇ, ਲੈ ਡੈਥ ਹੋ ਗਈ ਤਾਂ ਉਸ ਟਾਈਮ 'ਤੇ ਅਸੀਂ ਕਿਹੋ ਜਿਹਾ ਰੀਤੀ ਰਿਵਾਜ ਅਤੇ ਕਿਹੋ ਜਿਹਾ ਰਸਮ ਰਿਵਾਜ ਕਰਨੇ ਆ। ਅਸੀਂ ਮੌਤ ਬਾਰੇ ਕਦੀ ਪਰਿਵਾਰ ਦੇ ਵਿੱਚ ਗੱਲ ਹੀ ਨਹੀਂ ਕਰਦੇ, ਜਿਹੜੀ ਕਿ ਸੱਚਾਈ ਹੈਗੀ ਆ। ਤੁਸੀਂ ਮੈਂ ਜਿੰਨੇ ਵੀ ਆਪਾਂ ਲੋਕ ਜਾਣਦੇ ਹੈਗੇ ਆ, ਆਪਾਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਇੱਥੇ ਚਲ ਜਾਣਾ, ਕਿਉਂਕਿ ਆਪਣੇ ਮਾਂ ਬਾਪ ਵੀ ਚਲੇ ਗਏ, ਗ੍ਰੈਂਡ ਪੇਰੈਂਟਸ ਚਲੇ ਗਏ ਹੈਗੇ ਆ, ਹੋਰ ਰਿਸ਼ਤੇਦਾਰ ਵੀ ਚਲੇ ਗਏ, ਦੋਸਤ ਮਿੱਤਰ ਜਾ ਰਹੇ ਹੈਗੇ। ਹਾਂਜੀ ਕੋਈ मेरा मतलब कहने का यह है कॉलेज असीं तुहाडे लैंदे आ, जिस तरह जानी कि अपने थरचंद होरें गल की है, पर कई बार जानी कि सानूं गल पूरी करनी पैंदी हैगी आ। तुहाडी गल भी असीं सुननी अज, तुहाडे तो बिना असीं नहीं प्रोग्राम कर सकते। पर जिहड़ी गल मैं करनी चाहुंदा हैगा भी असीं एक तां अपने एशियन कल्चर दे विच लकीर दे फकीर हैगे आ, कदी इस टॉपिक बारे गल नहीं करते ते ना ही अपनी विल विच लिखाउंदे हैगे आ। जे किते बिल विच पहलां ही लिखाया होवे, घर विच गल कीती होवे, जदों मैं चल गया कि मेरे आह रीति रिवाज तुसीं आह रस्म रिवाज जिहड़े हैगे धार्मिक ते नॉन धार्मिक जो कुछ भी हैगा आह तुसीं कुछ करना, फिर तो गल बनदी है। पर जे कुछ लिखिया लिखाया नहीं हैगा, जे तुसीं कुछ इहदे बारे डिस्कशन नहीं कदी कीती हैगी, तो जिहड़े फिर पिछे बच्चे रह जांदे हैगे आ, यानी कि जां पार्टनर एक रह जांदा हैगा, हसबैंड रह जांदा, जां वाइफ रह जांदी है, यानी कि जां होर भी कोई नज़दीकी रिश्ता रह जांदा हैगा, उहदे लई फिर बड़ा मुश्किल हो जांदा। ते उहदे ते प्रैशर पा के होर रिश्तेदार भी हैगी जिहड़ा कि वो नहीं कई बार गल करनी चाहुंदा हैगा, ਉਹਦੇ 'ਤੇ ਪ੍ਰੈਸ਼ਰ ਪਾ ਕੇ ਯਾਨੀ ਕਿ ਉਤੋਂ ਕੰਮ ਕਰਾਇਆ ਜਾਂਦਾ। ਮੈਸੇਜ ਵਿੱਚ ਦੁੱਖ ਨੂੰ ਵਧਾਉਣ ਦੀ ਗੱਲ ਹੈਗੀ ਆ, ਘਟਾਉਣ ਦੀ ਗੱਲ ਨਹੀਂ ਹੈ। ਚਲੋ ਆਪਾਂ ਕਾਲ ਲੈਂਦੇ ਹਾਂ। ਹਾਂਜੀ ਹੈਲੋ ਜੀ, ਕੌਣ ਤੇ ਕਿੱਥੋਂ ਦਾ ਸਾਥ ਤੁਹਾਡਾ ਜੀ? ਵੈਲਕਮ ਕਾਂਸ਼ੀ ਟੀਵੀ ਦੇ ਜੀ। ਮੈਂ ਫਕੀਰਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਮੈਂ ਅਵਤਾਰ ਹੀਰ ਉਹਨਾਂ ਨੂੰ ਬਹੁਤ ਦੇਖੋ ਇਹ ਦੁੱਖ ਦੀ ਗੱਲ ਤੁਸੀਂ ਦੱਸੀ ਹੈ, ਕਿਉਂਕਿ ਮੈਂ ਉਹਨਾਂ ਨੂੰ ਕਾਫੀ ਜਾਣਦਾ। ਠੀਕ। ਤੇ ਦੇਖੋ ਉਹਨਾਂ ਦੇ ਲੜਕੇ ਦੀ ਮੌਤ ਹੋਈ ਹੈ, ਪਰ ਬੜੀ ਗੱਲ ਜਿਹੜਾ ਵਿਸ਼ਾ ਤੁਸੀਂ ਰੱਖਿਆ, ਦੇਖੋ ਇਹ ਬਹੁਤ ਵਿਚਾਰਨ ਵਾਲਾ ਹੈ, ਕਿਉਂਕਿ ਦੁੱਖ ਜਿਸ ਵੇਲੇ ਹੁੰਦਾ ਉਹ ਚਾਹੀਦਾ ਤਾਂ ਹੈਗਾ ਵੀ ਸਮਾਜ ਨੂੰ ਉਹਨਾਂ ਦੇ ਨਾਲ ਦੁੱਖ ਨੂੰ ਵੰਡਾਉਣਾ ਜੀ, ਦੁੱਖ ਦਾ ਪ੍ਰਗਟਾਵਾ ਕਰਨਾ। ਪਰ ਇਹ ਜਿਹੜਾ ਆਪਣੇ ਸਮਾਜ ਦੇ ਵਿੱਚ ਤਾਂ ਇੰਨੀਆਂ ਜਾਣੀ ਨਹੀਂ ਆਪੇ ਜਾਣੀ ਗੱਲਾਂ ਤੋਰ ਗਈਆਂ ਔਰ ਕਰ ਰਹੇ ਆ ਔਰ ਹੋਰ ਵਧਾ ਰਹੇ ਆ। ਕਿਉਂਕਿ ਮੈਂ ਪੰਜਾਬ ਵੀ ਜਾਂਦਾ ਰਹਿਣਾ, ਦੇਖੋ ਉੱਥੇ ਤਾਂ ਦੇਖੋ ਬੜੀ ਗੱਲ ਇਹ ਹੈਗੀ ਆ ਵੀ ਮੌਸਮ ਕਿੱਦਾਂ ਦਾ ਹੋਵੇ, ਜਦ ਮੌਤ ਹੁੰਦੀ ਆ ਤਾਂ ਉੱਥੇ ਬਹੁਤ ਇਕੱਠੇ ਹੋ ਕੇ ਜਾਂਦੇ ਆ।
ਇਕੱਠੇ ਹੋ ਕੇ ਜਾਂਦੇ ਆ, ਫਿਰ ਉੱਥੇ ਬਹਿ ਕੇ ਸਮੋਕਿੰਗ ਕਰਦੇ ਆ ਔਰ ਗੱਲਾਂ ਕਰਦੇ। ਉਹ ਪਰਿਵਾਰ ਨੂੰ ਕੋਈ ਸਹਾਈ ਕਰਨ ਵਾਲੀਆਂ ਨਹੀਂ। ਫਿਰ ਉਹ ਪੁੱਛਦੇ ਆ ਵੀ ਤੁਸੀਂ ਆਹ ਕੰਮ ਕਰ ਲਿਆ, ਤੁਸੀਂ ਗੰਗਾ ਘਾਟ ਜਾਣਾ, ਇੱਦਾਂ ਦੀਆਂ ਜਾਣੀ ਦੇਖੋ ਬਹੁਤ ਜਾਣੀ ਕਰਦੇ ਆ। ਫਿਰ ਦੇਖੋ ਨਾਲ ਉਹਨੀ ਪਗੜੀ ਦੀ ਰਸਮ ਕੀਤੀ ਆ, ਉਹਨੂੰ ਇੰਨਾ ਉਹਨੀ ਖਰਾਬ ਕਰ ਲਿਆ ਵੀ ਪਗੜੀ ਦਾ ਤਾਂ ਮਤਲਬ ਆ ਵੀ ਜਿਹੜੀ ਰਸਮ ਆ ਵੀ ਗਾਂ ਜ਼ਿੰਮੇਵਾਰੀ ਦੇਣੀ, ਪਰ ਉਹਨੂੰ ਵੀ ਜਾਣੀ ਉਹਨੇ ਇੱਦਾਂ ਮਤਲਬ ਬਣਾ ਲਿਆ ਵੀ ਬਹੁਤ ਕੱਪੜੇ ਉੱਥੇ ਵੀ ਲੈ ਕੇ ਆਉਂਦੇ ਆ ਵੀ ਆਹ ਦੇਣੇ। ਔਰ ਇੱਥੇ ਵੀ ਤੁਸੀਂ ਦੇਖੋ ਵੀ ਇੱਥੇ ਦੇਖੋ ਮੈਂ ਇੱਥੇ ਗੁਰੂ ਘਰਾਂ ਦੇ ਵਿੱਚ ਵੀ ਜਾਣਾ ਜਾਣੀ ਬਹੁਤ ਉਹਨੂੰ ਜਾਣੀ ਉਲਝਾ ਦਿੱਤਾ। ਔਰ ਫਿਰ ਜਿਹੜੇ ਐਸ਼ਜ਼ ਆ ਦੇਖੋ ਐਸ਼ਜ਼ ਬਾਰੇ ਜਾਣੀ ਉਹ ਇਹ ਵੀ ਉਹਨੇ ਜਾਣੀ ਦੇਖੋ ਪੁਆੜਾ ਪਾਇਆ ਵੀ ਐਸ਼ਜ਼ ਇੱਥੇ ਪਾਉਣੇ ਆ। ਫਿਰ ਉਹ ਸਲਾਹ ਲਈ ਜਾਂਦੀ ਹੈ। ਜੇ ਤਾਂ ਹੁਣ ਕਿਸੇ ਦਾ ਮਤਲਬ ਬਜ਼ੁਰਗ ਦਾ ਇੱਕੋ ਲੜਕਾ ਫਿਰ ਤਾਂ ਉਹ ਇਕੱਲਾ ਹੀ ਕਰਨੀ ਸਲਾਹ, ਜਿਹੜੇ ਬਾਕੀ ਦੇ ਆ ਔਰ ਉਹਨੇ ਵੀ ਮਤਲਬ ਕਹਿਣਾ ਵੀ ਨਹੀਂ ਏਦਾਂ ਕਰੋ। ਔਰ ਇੱਥੇ ਤੱਕ ਵੀ ਮੈਂ ਦੱਸਦਾ ਵੀ ਜਿਹੜੇ ਬੁੱਧੀਜੀਵੀ ਆਪਣੇ ਆਪ ਨੂੰ ਕਹਾਉਂਦੇ ਆ ਵੀ ਜੇ ਕਿਸੇ ਨੇ ਲਿਖਿਆ ਵੀ ਮੇਰੀ ਬੋਡੀ ਦਾਨ ਕਰਿਓ, ਜਾਣੀ ਆਪਣੇ ਜਿਹੜਾ ਮਤਲਬ ਕਈ ਕਰਨੈਲ ਸਿੰਘ ਪਾਰਸ ਹੋਇਆ ਕਵੀ, ਉਹਨੇ ਲਿਖਿਆ ਸੀ ਵੀ ਮੇਰੀ ਬੋਡੀ ਜਿਹੜੀ ਉਹ ਦਾਨ ਕੀਤੀ ਜਾਵੇ। ਹਾਂਜੀ, ਚਲੇ ਕੈਨੇਡਾ ਚਲੇ ਗਏ ਸੀ ਉਹ। ਹਾਂਜੀ ਹਾਂ, ਪਰ ਉਹਦੇ ਜਾਂ ਮੁੰਡਿਆਂ ਨੇ ਕਿਹਾ ਵੀ ਨਹੀਂ, ਅਸੀਂ ਤਾਂ ਅੱਧਿਆਂ ਨੇ ਕਿਹਾ ਵੀ ਅਸੀਂ ਤਾਂ ਨਹੀਂ ਕਰਨੀ, ਵੀ ਜਿੱਦਾਂ ਉਹ ਸਮਝਦੇ ਆ ਵੀ ਜੇ ਤੁਸੀਂ ਦਾਨ ਕਰ ਦਿੱਤੀ ਵੀ ਸਾਨੂੰ ਬੜਾ ਤੰਗ ਨਾ ਕਰੇ। ਔਰ ਏਦਾਂ ਦਾ ਜਾਣੀ ਅੰਧ ਵਿਸ਼ਵਾਸ ਫੈਲਾਇਆ। ਕਿਉਂਕਿ ਦੇਖੋ ਇਹ ਜਿਹੜੀਆਂ ਏਦਾਂ ਦੀਆਂ ਗੱਲਾਂ ਸਾਰੀਆਂ ਕਿੱਦਾਂ ਵੀ ਵੱਡੀ ਤਾਂ ਗੱਲ ਆ ਵੀ ਜਿਹੜਾ ਵੀ ਜਿਹਨੂੰ ਵੀ ਕੋਈ ਦੁੱਖ ਆ ਉਹ ਦੁੱਖ ਨੂੰ ਬਾਕੀ ਦਿਨ ਤਾਂ ਵੰਡਣਾ ਚਾਹੀਦਾ ਔਰ ਮਦਦ ਕਰਨੀ ਚਾਹੀਦੀ ਹੈ। ਪਰ ਜਾਣੀ ਇੰਨਾ ਅੰਧ ਵਿਸ਼ਵਾਸ ਅੱਗੇ ਨਾਲ ਜਿਹੜਾ ਹੁਣ ਦੇਖੋ ਵੀ ਮੁਨਸ਼ੀ ਪ੍ਰੇਮ ਚੰਦ ਨੇ ਨਾਵਲ ਇਸ ਤੇ ਲਿਖਿਆ ਸੀ ਗੋਦਾਨ, ਜਿਹੜਾ ਗੋਦਾਨ ਇਸ ਤੇ ਹੀ ਲਿਖਿਆ ਸੀ। ਉਹਨੇ ਕਿਹਾ ਸੀ ਵੀ ਉਹ ਜਿਹੜਾ ਪੰਡਤ ਜਾਣੀ ਤੁਸੀਂ ਦੇਖੋ ਵੀ ਉਹ ਕਰਦੇ ਤਾਂ ਰੋਂਦੇ ਸੀ ਸਾਰੇ ਵੀ ਉਹਨਾਂ ਦਾ ਕਮਾਊ ਜਾਣੀ ਮਰ ਗਿਆ ਸੀਗਾ, ਪਰ ਜਾਣੀ ਸਾਰੇ ਰੋਣ ਤਾਂ ਉਹ ਪੰਡਤ ਨੇ ਕਿਹਾ ਵੀ ਇਹਦੀ ਗਤੀ ਨਹੀਂ ਹੋਣੀ, ਵੀ ਇਹ ਜਿਹੜਾ ਤਦੇ ਗਤੀ ਹੋਣੀ ਆ ਵੀ ਉਹ ਜਿਹੜੀ ਗਾਂ ਆ ਇਹ ਮੈਨੂੰ ਦਾਨ ਕੀਤੀ ਜਾਵੇ। ਔਰ ਇਸ ਤਰ੍ਹਾਂ ਦੇ ਹੋਰ ਵੀ ਜਾਣੀ ਬਹੁਤ ਕੁਝ ਕੀਤਾ ਜਾ ਰਿਹਾ। ਪਰ ਦੇਖੋ ਇਹ ਜਿਹੜੀ ਬਹੁਤ ਇਹ ਜਾਣੀ ਨਾ ਇੱਕ ਧਰਮ ਦਾ ਮਸਲਾ ਨਾ ਇੱਕ ਜਾਤ ਦਾ ਮਸਲਾ, ਇਹ ਬਹੁਤ ਵਿਚਾਰਨ ਵਾਲਾ ਮਸਲਾ ਹੈ। ਕਿਉਂਕਿ ਜ਼ਰੂਰ ਜਾਣੀ ਇਹਦੇ ਵਿੱਚ ਉੱਦਾਂ ਦਾ ਕੰਮ ਕਰਨਾ ਚਾਹੀਦਾ ਵੀ ਜਿਹੜਾ ਘਰ ਜਿਹਨਾਂ ਦੀ ਘਰ ਮੌਤ ਹੋਈ ਆ ਉਹਦਾ ਕੁਝ ਮਨ ਸ਼ਾਂਤ ਹੋਵੇ, ਉਹਦਾ ਨੁਕਸਾਨ ਬਿਲਕੁਲ ਨਾ ਹੋਵੇ। ਜੇ ਤੁਸੀਂ ਨੁਕਸਾਨ ਹੀ ਕਰਨਾ ਫਿਰ ਤਾਂ ਬਹੁਤ ਹੁਣ ਤੁਸੀਂ ਦੇਖੋ ਬੜੀ ਗੱਲ ਆ ਵੀ ਰੋਣ ਦਾ ਇੰਨਾ ਕੰਮ ਕੀਤਾ ਜਾਂਦਾ। ਉਹ ਹੁਣ ਬਾਕੀ ਤਾਂ ਜਿਹੜਾ ਚਲੇ ਗਿਆ ਜਿਹੜਾ ਘਰ ਵਾਲਾ ਉਹ ਕੀ ਕਰੂ? ਚੌਹਾਨ ਸਾਹਿਬ ਤਾਂ ਕੀ ਕਰਨ? ਇਹ ਬਹੁਤ ਜ਼ਰੂਰੀ ਆ ਗੱਲ, ਜਿੱਦਾਂ ਤੁਸੀਂ ਬਾਕੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੈਂ ਤੁਹਾਨੂੰ ਬਹੁਤ ਸੂਝ-ਬੂਝ ਵਾਲੇ ਇਨਸਾਨ ਮੰਨਦਾ। ਤੁਹਾਡੇ ਮੁਤਾਬਕ ਹੋਣਾ ਕੀ ਚਾਹੀਦਾ, ਕੀ ਕਰਨਾ ਚਾਹੀਦਾ? ਦੇਖੋ ਇਹ ਹੈਗੀ ਆ ਵੀ ਮਸਲਾ ਇਦਾਂ ਦਾ ਆ ਵੀ ਜਦ ਤੁਸੀਂ ਇਦਾਂ ਦੇ ਬਾਰੇ ਆਪਣੇ ਵਿਚਾਰ ਦਿੰਦੇ ਤਾਂ ਤੁਹਾਡਾ ਵਿਰੋਧ ਬਹੁਤ ਹੁੰਦਾ ਜੀ, ਕਿਉਂਕਿ ਉਹ ਲੋਕ ਇਦਾਂ ਦੀ ਜਾਣੀ ਉਹਨੀ ਵਿਚਾਰਧਾਰਾ ਬਣਾ ਲਈ ਆ ਵੀ ਜਿਹੜਾ ਕਹਿੰਦਾ ਵੀ ਆਹ ਰੀਤ ਆ ਹੁਣ ਚੱਲਦੀ ਵੀ ਜਿਹੜਾ ਇਹਨੂੰ ਰੋਕਦਾ ਵੀ ਇਹ ਚੰਗਾ ਨਹੀਂ ਬੰਦਾ। ਹੁਣ ਉਹ ਕਈ ਤਾਂ ਤੁਸੀਂ ਦੇਖੋ ਜਿਹੜੇ ਫਿਊਨਰਲ ਜਦ ਤੱਕ ਹੁੰਦਾ ਕਈ ਤਾਂ ਵਾਰੀ ਤਾਂ ਤੁਹਾਨੂੰ ਕਈ ਵਾਰੀ ਜਾਣਾ ਪੈਂਦਾ, ਪਰ ਉੱਥੇ ਤੁਸੀਂ ਦੇਖੋ ਵੀ ਉਹ ਜਿਹੜੇ ਭਾਈ ਆ ਉਹ ਨਹੀਂ ਤਾਂ ਆਪਣਾ ਕੰਮ ਕਰਨਾ ਹੈਗਾ। ਬੜਾ ਹੈਰਾਨ ਆ, ਉਹ ਵੀ ਏਦਾਂ ਦਾ ਉਹਨੇ ਪਚੀਦਾ ਬਣਾ ਦਿੱਤਾ ਘਰ ਦੇ ਵਿੱਚ। ਤੁਸੀਂ ਦੇਖੋ ਵੀ ਜਿੱਥੇ ਗ੍ਰੰਥ ਸਾਹਿਬ ਰੱਖਣਾ ਤਾਂ ਉਹ ਪਹਿਲਾਂ ਇਹ ਫੈਸਲਾ ਕਰਦੇ ਆ ਵੀ ਇਹ ਸਭ ਤੋਂ ਉੱਪਰਲੇ ਕਮਰੇ 'ਚ ਹੋਣਾ ਚਾਹੀਦਾ, ਵੀ ਜੇ ਥੱਲੇ ਰੱਖਿਆ ਤਾਂ ਉੱਪਰ ਜਿਹੜੇ ਲੋਕ ਪੈਂਦੇ ਆ ਤਾਂ ਨਰਾਦਰ ਹੁੰਦਾ। ਦੇਖੋ ਇਹ ਕਿੱਦਾਂ ਦੀ ਗੱਲ ਹੈ। ਇਹ ਤਾਂ ਇੱਕ ਹੈਗੀ ਆ ਵੀ ਤੁਸੀਂ ਦੇਖੋ ਆਪਣੇ ਫੇਥ ਨੂੰ ਯਾਦ ਕਰਨਾ ਜਾਂ ਕਿੱਦਾਂ ਹੈਗਾ ਆ ਵੀ ਜੇ ਤੁਸੀਂ ਪਚੀਦਾ ਹੀ ਬਣਾਈ ਜਾਣਾ ਫਿਰ ਤੁਸੀਂ ਦੇਖੋ ਵੀ ਜਿਹੜਾ ਆਹ ਬਾਅਦ ਦੇ ਵਿੱਚ ਹੁੰਦਾ ਨਾ ਵੀ ਤੁਸੀਂ, ਮੈਂ ਤਾਂ ਇੰਨਾ ਇਹਦੇ ਬਾਰੇ ਅਧਿਐਨ ਕੀਤਾ ਵੀ ਜਿਹੜੇ ਲੀਡਰ ਲੋਕ ਵੀ ਆ ਉਹ ਵੀ ਜਾਣੀ ਇਦਾਂ ਦੇ ਕੰਮ ਕਰਦੇ ਆ ਵੀ ਜੇ ਤੁਸੀਂ ਕਿਸੇ ਦੀ ਮੌਤ ਹੋ ਗਈ ਉਹ ਕਹਿੰਦੇ ਵੀ ਇੱਕ ਘਰ ਨਹੀਂ ਪਾਠ ਹੋਣਾ ਚਾਹੀਦਾ, ਰੂਹ ਪਤਾ ਨਹੀਂ ਕਿਹੜੇ ਘਰ ਚਲੇ ਗਈ ਹੈ, ਵੀ ਰੂਹ ਨੂੰ ਸ਼ਾਂਤ ਕਰਨ ਦੇ ਜਗ੍ਹਾ ਜਗ੍ਹਾ ਪਾਠ ਹੋਣੇ ਚਾਹੀਦੇ। ਨਹੀਂ ਉਹ ਤਾਂ ਬਿਜ਼ਨਸ ਆ ਨਾ। ਦੇਖੋ ਇਹ ਵੱਧ ਗਿਆ ਬਹੁਤ, ਇਹ ਤਾਂ ਇੰਨਾ ਵੱਧ ਗਿਆ। ਮੈਂ ਇੱਥੇ ਜਿਹੜਾ ਨਾ ਮੈਂ ਜੇ ਕੁਝ ਟਾਈਮ ਹੈਗਾ ਤਾਂ ਮੈਂ ਗੱਲ ਕਰਨੀ ਚਾਹੁੰਦਾ, ਜੇ ਹੈ ਤਾਂ ਕਰੋ ਗੱਲ। ਜਿਹੜਾ ਪੰਜਾਬ ਦਾ ਇੱਕ ਮਿਨਿਸਟਰ ਸੀਗਾ ਸਵਰਨ ਸਿੰਘ, ਹਾਂਜੀ,
ਉਹ ਕਾਫੀ ਦੇਰ ਮਿਨਿਸਟਰ ਰਿਹਾ ਔਰ ਉਹ ਇੱਥੇ ਵੀ ਉਹਨੂੰ ਆਉਂਦਾ ਜਾਂਦਾ ਸੀ। ਹਾਂਜੀ ਜਦ ਉਹਦੀ ਡੈਥ ਹੋਈ ਗਾਂ ਉਹਨੇ ਆਪਣੇ ਭਤੀਜੇ ਨੂੰ ਲੀਡਰ ਬਣਾਇਆ ਸੀ। ਠੀਕ। ਉਹ ਜਦ ਡੈਥ ਹੋਈ ਤਾਂ ਇੱਥੇ ਸਾਊਥ ਵਾਲੇ ਕਈ ਘਰਾਂ ਦੇ ਵਿੱਚ ਪਾਠ ਹੋਏ, ਪਰ ਇੱਕ ਵੱਡਾ ਪਾਠ ਉਹਨੇ ਗੁਰਦੁਆਰੇ ਕੀਤਾ। ਉਹ ਗੁਰਦੁਆਰੇ ਕੀਤਾ ਤਾਂ ਉਹ ਭਾਈਆਂ ਨੂੰ, ਕੀਰਤਨ ਵਾਲਿਆਂ ਨੂੰ, ਉਹਨਾਂ ਨੂੰ ਕੀ ਪਤਾ ਸੀ ਕਿ ਉਹ ਕਿੱਥੇ ਦਾ ਸੀ। ਜਦ ਉਹ ਕਰਨ ਲੱਗੇ ਤਾਂ ਪਹਿਲਾਂ ਉਹਨੇ ਪੁੱਛਿਆ ਵੀ ਸਵਰਨ ਸਿੰਘ ਤਾਂ ਕਈ ਹੋ ਸਕਦੇ ਆ, ਵੀ ਉਹ ਕਿਹੜਾ ਸੀ। ਉਹਨੇ ਤਾਂ ਪਿੰਡ ਦਾ ਨਾਂ ਲਿਆ ਸ੍ਰੀ ਸ਼ੰਕਰ। ਹਾਂਜੀ। ਤਾਂ ਉਹਨੇ ਗੜ ਸ਼ੰਕਰ ਸੁਣ ਲਿਆ। ਤੁਸੀਂ ਦੇਖੋ ਵੀ ਕਈ ਘੰਟੇ ਉਹ ਗੜ ਸ਼ੰਕਰ ਕਹਿੰਦੇ ਰਹੇ ਤਾਂ ਉਹ ਬੰਦਾ ਤਾਂ ਸੀ ਸ੍ਰੀ ਸ਼ੰਕਰ ਦਾ, ਕਿਸੇ ਨੇ ਰੋਕਿਆ ਨਹੀਂ। ਇਹਦਾ ਬਾਰੇ ਅਰਦਾਸ ਜਾਨੀ ਉਹਨਾਂ ਨੂੰ ਤਾਂ ਪੈਸੇ ਦੇ ਨਾਲ ਸੀ। ਕਈ ਘੰਟੇ ਜਾਨੀ ਖਤਮ ਕਰ ਦਿੱਤੇ ਪ੍ਰੋਗਰਾਮ। ਤੁਸੀਂ ਦੇਖੋ ਕਿੱਧਰ ਨੂੰ ਲੋਕ ਤੁਰੇ ਹੋਏ ਆ। ਜਾਨੀ ਇਹ ਬਹੁਤ ਇਹਦੇ ਬਾਰੇ ਵਿਚਾਰਨ ਦੀ ਗੱਲ ਆ ਵੀ ਜਿਹਦੇ ਇਦਾਂ ਸਦਮਾ ਹੋਇਆ ਹਾਂਜੀ ਉਹਨੂੰ ਜ਼ਰੂਰ ਸਾਥ ਦਿਓ। ਚੌਹਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ। ਅਸੀਂ ਹਰ ਵਾਰ ਕਹਿੰਦੇ ਹਾਂ ਕਿ ਚੌਹਾਨ ਵਰਗੇ ਬੰਦੇ ਥੋੜ੍ਹੇ ਹੁੰਦੇ ਆ, ਜਾਣਕਾਰੀ ਬਹੁਤ ਵਧੀਆ ਗੱਲ ਕਰਦੇ ਆ। ਅਸੀਂ ਇਸ ਗੱਲ ਦਾ ਖਿਆਲ ਬਿਲਕੁਲ ਨਹੀਂ ਰੱਖਦੇ ਜਿਹੜੀ ਅਸੀਂ ਗੱਲ ਕਰਨ ਲੱਗੇ ਹਾਂ ਕਿ ਇਹ ਜਿਹੜਾ ਇਨਸਾਨ ਚਲਾ ਗਿਆ ਉਹਦੇ ਨਾਲ ਜਾਂ ਉਹਦੇ ਵਿਚਾਰਾਂ ਨਾਲ ਇਹਦਾ ਕੋਈ ਸੰਬੰਧ ਹੈ, ਕੋਈ ਲੈਣ ਦੇਣ ਹੈ। ਅਸੀਂ ਗੱਲਾਂ ਬਹੁਤ ਵਾਰੀ ਇੱਦਾਂ ਕਰਦੇ ਜਿੱਦਾਂ ਅਸੀਂ ਕਿਤੇ ਖੁਸ਼ੀ ਦੇ ਸਮਾਗਮ 'ਤੇ ਇੰਜੋਇਮੈਂਟ ਕਰਨ ਆਏ ਹੁੰਦੇ ਹਾਂ। ਅਤੇ ਹਾਂਜੀ ਕੋਲ ਹੈਲੋ ਜੀ, ਕੌਣ ਤੇ ਕਿੱਥੋਂ ਦਾ ਸਵਾਗਤ ਤੁਹਾਡਾ ਜੀ, ਵੈਲਕਮ। ਹੈਲੋ ਸਤਿ ਸ੍ਰੀ ਅਕਾਲ ਜੀ, ਮੈਂ ਗੁਰਨਾਮ ਸਿੰਘ ਬੋਲਦਾ। ਸਤਿ ਸ੍ਰੀ ਅਕਾਲ ਜੀ। ਸਵਾਗਤ ਵੀਰ ਜੀ। ਕੀ ਹਾਲ ਚਾਲ? ਬਿਲਕੁਲ ਜੀ, ਬਹੁਤ ਵਧੀਆ। ਔਰ ਤੁਸੀਂ ਪਿਛਾ ਬਹੁਤ ਇੰਪੋਰਟੈਂਟ ਚਲਾਇਆ। ਮੈਂ ਸਭ ਦੇਸ਼ ਦੀ ਕਦੀ ਚੌਹਾਨ ਸਾਹਿਬ ਪਹਿਲਾਂ ਗੱਲ ਸਾਰੀ ਕਰ ਗਏ, ਪਰ ਮੇਰਾ ਖਿਆਲ ਹੈ ਵੀ ਜਿਹੜਾ ਸਾਡਾ ਧਰਮ ਆ, ਜੋ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਆ, ਉਹਦੇ ਵਿੱਚੋਂ ਸਾਨੂੰ ਭਰਮਾਂ ਭੁਲੇਖਿਆਂ ਤੋਂ ਸਿੰਪਲਿਸਟੀ ਵੱਲ ਗੁਰੂ ਸਾਹਿਬ ਨੇ ਤੋਰਿਆ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਨੇ, ਸਾਰੇ ਭਗਤਾਂ ਨੇ ਬਾਣੀ ਦੇ ਵਿੱਚ ਇਹ ਵੀ ਤੁਸੀਂ ਸਿੰਪਲਿਸਟੀ ਜਾਓ। ਹਾਂਜੀ, ਜਿਸ ਤਰ੍ਹਾਂ ਦੋ ਰਾਹ ਹੁੰਦੇ ਆ, ਜਿਹੜਾ ਕੋਈ ਮੁਸਾਫਿਰ ਹੁੰਦਾ, ਇੱਕ ਤਾਂ ਹੁੰਦਾ ਰਾਹ ਪੰਖੀ ਰਾਹ, ਇੱਕ ਹੁੰਦਾ ਕੀੜੇ ਦਾ ਰਾਹ। ਸਾਨੂੰ ਗੁਰੂਆਂ ਨੇ ਪੰਖੀ ਰਾਹ ਵੀ ਸਿੱਧਾ ਡਾਇਰੈਕਟ। ਅਸੀਂ ਕੀੜੇ ਦੇ ਰਾਹ ਦੇਖਣਾ, ਕੀੜਿਆਂ ਦਾ ਰਾਹ ਹੁੰਦਾ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ। ਸਾਡੀ ਲਾਈਫ ਦੇ ਵਿੱਚ ਤਿੰਨ ਹੁੰਦੇ ਆ ਸੰਸਕਾਰ ਵੱਡੇ। ਇੱਕ ਤਾਂ ਹੁੰਦਾ ਵੈਡਿੰਗ, ਇੱਕ ਹੁੰਦਾ ਬਰਥ, ਇੱਕ ਹੁੰਦਾ ਡੈਥ। ਹਾਂਜੀ, ਤਿੰਨ ਹੀ ਹੁੰਦੇ ਆ। ਤੇ ਉਹ ਇੰਨਾ ਅਸੀਂ ਹੁਣ ਜੁੜ ਦਿੱਤਾ, ਇੰਨਾ ਧੰਦਾ ਬਣਾਤਾ, ਇੰਨੀ ਬਿਜ਼ਨਸ ਬਣਾਤੀ ਆ, ਜਿਨ੍ਹਾਂ ਦੇ ਨਾਲ ਜੇ ਘਰ ਉਹਨਾਂ ਦਾ ਕੋਈ ਪੁੱਛਦਾ ਹੀ ਨਹੀਂ ਹੈਗਾ। ਜਦੋਂ ਤੁਸੀਂ ਸਰਾਧਾਂ ਦੀ ਗੱਲ ਕੀਤੀ, ਵੈਸੇ ਤਾਂ ਮੈਨੂੰ ਲੱਗਦਾ ਵੀ ਅੱਜ ਦੇ ਯੁੱਗ ਦੇ ਵਿੱਚ ਹੁਣ ਅਸੀਂ ਸੰਸਕਾਰ ਕਰਦੇ ਹਾਂ। ਜਦੋਂ ਸਾਡੇ ਕਿਉਂਕਿ ਮਤ ਦੇ ਵਿੱਚ, ਵੈਸੇ ਸਿੱਖ ਰਹਿਤ ਮਰਿਆਦਾ ਵਿੱਚ ਇੱਦਾਂ ਕੁਛ ਲਿਖਿਆ ਨਹੀਂ। ਉਹ ਕਹਿੰਦੇ ਵੀ ਜਦੋਂ ਬੰਦੇ ਦਾ ਸਰੀਰ ਜਦੋਂ ਮੌਤ ਹੋ ਜਾਂਦੀ ਆ, ਉਹ ਮਿੱਟੀ ਹੋ ਜਾਂਦੀ ਆ, ਉਹ ਇੱਕ ਬਾਈ ਪ੍ਰੋਡਕਟ ਆ, ਉਹਦੇ ਵਿੱਚ ਕੋਈ ਹੈਸੀਅਤ ਹੈ ਨਹੀਂ। ਉਹਨੂੰ ਤੁਸੀਂ ਡਿਸਪੋਜ਼ ਕਰੋ ਹਾਈਜੀਨਿਕਲੀ। ਮੈਂ ਕਹਿੰਦਾ ਅੱਜ ਦੇ ਯੁੱਗ ਦੇ ਵਿੱਚ ਗਲੋਬਲ ਵਾਰਮਿੰਗ ਕਰਕੇ ਤਾਂ ਸਾਨੂੰ ਹੋਰ ਤਰੀਕੇ ਲੱਭਣੇ ਚਾਹੀਦੇ ਆ। ਤੁਸੀਂ ਹੋਰ ਹੈਗੇ ਤਰੀਕੇ, ਪਰ ਸਾਡੇ 'ਚ ਵਹਿਮ ਇੰਨੇ ਪਾਏ ਆ, ਉਹ ਵਹਿਮਾਂ ਕਰਕੇ ਹੀ ਅਸੀਂ ਨਹੀਂ ਅੱਗੇ ਵੱਧ ਸਕਦੇ। ਤੇ ਇਹ ਇੱਕ ਵਪਾਰ ਆ, ਇੱਕ ਧੰਦਾ ਆ, ਲੋਕਾਂ ਨੂੰ ਲੁੱਟਣ ਵਾਸਤੇ ਕਰ ਰਹੇ ਆ। ਵੈਸੇ ਬਹੁਤ ਸਿੰਪਲ ਆ। ਤੁਸੀਂ ਹੁਣ ਦੂਜੀ ਗੱਲ ਇਹ ਆ, ਜਦੋਂ ਬੰਦਾ ਮਰ ਗਿਆ, ਅਸੀਂ ਸਾਰੇ ਨੇ ਜਾਣਾ, ਸਾਡੇ ਘਰਾਂ 'ਚ ਵੀ ਜਾਂਦੇ ਹੀ ਆ ਹਰੀਸ਼ ਜੀ। ਤੇ ਜਦੋਂ ਬੰਦਾ ਮਰ ਗਿਆ, ਉਹ ਗਿਆ। ਬਿਲਕੁਲ ਬਿਲਕੁਲ। ਉਹ ਸਰੀਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ। ਪਰ ਅਸੀਂ ਫਿਰ ਜੀ ਅਰਦਾਸਾਂ ਕਰਦੇ ਜੀ, ਉਹਨੂੰ ਸੱਚਖੰਡ ਦੇ ਵਿੱਚ ਜਗ੍ਹਾ ਦਿਓ। ਉਹ ਸਾਰੀ ਜ਼ਿੰਦਗੀ ਤਾਂ ਲੋਕਾਂ ਨੂੰ ਲੁੱਟਿਆ, ਹੁਣ ਤੁਸੀਂ ਸੱਚਖੰਡ ਦੇ ਵਿੱਚ ਪਹੁੰਚਾ ਰਹੇ ਹੋ। ਗੱਲ ਹੀ ਤਾਂ ਆ ਵੀ ਬੰਦਾ ਜੀਵਨ ਮੁਕਤੀ, ਸਾਡੇ ਧਰਮ ਦੇ ਵਿੱਚ ਜੀਵਨ ਮੁਕਤੀ ਦੀ ਗੱਲ ਆ। ਜੇ ਤੁਸੀਂ ਚੰਗੇ ਕੰਮ ਕਰੋਗੇ, ਜੀਵਨ ਤੁਸੀਂ ਮੁਕਤ ਹੋ ਗਏ। ਬਿਲਕੁਲ ਬਿਲਕੁਲ। ਸੋ ਇਹਦੇ ਚੋਂ ਜਿਹੜੀ ਰਸਮ ਰਿਵਾਜ ਹੁੰਦੇ, ਉਹ ਜਿਹੜਾ ਚੱਲ ਗਿਆ ਉਹਦੇ ਵਾਸਤੇ ਨਹੀਂ ਹੈ ਕਿ ਇਹ ਤਾਂ ਸਾਡੇ ਵਾਸਤੇ ਆ ਵੀ ਸਾਨੂੰ ਭਾਣਾ ਮੰਨਣ ਵਾਸਤੇ ਇੱਕ ਸ਼ਕਤੀ ਮਿਲੇ, ਹੋਰ ਕੋਈ ਗੱਲ ਨਹੀਂ। ਆ ਭਰਮ ਭੁਲੇਖਿਆਂ ਇਹ ਸਿਰਫ ਆ ਜਿਹੜੇ ਸਾਡੇ ਪੰਡਤ ਆ, ਸਾਡੇ ਗ੍ਰੰਥੀ ਆ, ਇਹ ਲਟੇਰੇ, ਇਹ ਚਲੋ ਇਹ ਲਟੇਰੇ ਵਿੱਚ ਮੈਂ ਸਾਰੇ ਨਹੀਂ ਕਹਿ ਰਿਹਾ, ਸ਼ਾਇਦ ਇਹਨਾਂ ਨੂੰ ਤਨਖਾਹਾਂ ਘੱਟ ਦਿੱਤੀਆਂ ਜਾਣਗੀਆਂ, ਪਰ ਇਹ ਕਮੇਟੀ ਵਾਲੇ ਸਾਰਾ ਇੱਕ ਧੰਦਾ ਬਣਾਇਆ, ਇਹਨੂੰ ਬੰਦ ਕਰਨਾ ਚਾਹੀਦਾ, ਇਹ ਰੋਕਣਾ ਚਾਹੀਦਾ। ਬਸ ਮੇਰੇ ਇਹੀ ਖਿਆਲ ਹੈ। ਥੈਂਕ ਯੂ ਜੀ ਗੁਰਨਾਮ ਜੀ, ਧੰਨਵਾਦ ਜੀ ਵੀਰੋ, ਤੁਸੀਂ ਦੋਈ ਬਹੁਤ ਵਧੀਆ ਟੌਪਿਕ ਲਿਆਂਦਾ ਜੀ। ਥੈਂਕ ਯੂ, ਬਹੁਤ ਬਹੁਤ ਥੈਂਕ ਯੂ। ਇਹ ਸਨ ਡਾਕਟਰ ਗੁਰਨਾਮ ਸਿੰਘ ਜੀ, ਜਿਹੜੇ ਕਿ ਬਹੁਤ ਮਸ਼ਹੂਰ ਕਹਿ ਸਕਦੇ ਹਾਂ, ਬਹੁਤ ਪੜ੍ਹੇ ਲਿਖੇ, ਡਾਕਟਰੇਟ ਕੀਤੀ ਹੋਈ ਇਹਨਾਂ ਨੇ, ਔਰ ਹਰ ਨਿਊਜ਼ ਦੇ ਬਾਰੇ ਉਹ ਬਹੁਤ ਡੂੰਘਾਈ ਨਾਲ
ਜਾਣਦੇ ਆ ਔਰ ਗੱਲ ਕਰਦੇ ਆ ਔਰ ਤਰਕ ਦੇ ਬਹੁਤ ਨੇੜੇ ਹਨ। ਮੈਂ ਹਮੇਸ਼ਾ ਹੀ ਇਹਨਾਂ ਦੀ ਗੱਲਬਾਤ ਤੁਸੀਂ ਆਵਾਜ਼ ਸੁਣ ਕੇ ਤੁਸੀਂ ਪਤਾ ਕਰ ਲਿਆ ਹੋਣਾ, ਕੁਝ ਗੱਲਾਂ ਮੈਂ ਨਹੀਂ ਕਹਿ ਸਕਦਾ। ਬਹੁਤ ਖੂਬਸੂਰਤ ਇਨਸਾਨ ਹਨ, ਉਹਨਾਂ ਦੇ ਵਿਚਾਰ ਹਮੇਸ਼ਾ ਹੀ ਸ਼ਲਾਘਾਯੋਗ ਹੁੰਦੇ ਹਨ। ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਆ। ਜੇ ਅਸੀਂ ਸਿਧਾਂਤ ਨੂੰ, ਜਿੱਦਾਂ ਡਾਕਟਰ ਗੁਰਨਾਮ ਸਿੰਘ ਨੇ ਕਿਹਾ ਵੀ ਜਿਹੜੀ ਅਸੀਂ ਪੜ੍ਹਦੇ ਕੁਛ ਹੋਰ ਹਾਂ ਕਰਦੇ ਕੁਛ ਹੋਰ ਹਾਂ, ਜੇ ਅਸੀਂ ਸਿਧਾਂਤ ਨੂੰ ਐਕਸੈਪਟ ਕਰ ਲਈ ਵੀ ਆਹ ਸਾਡਾ ਸਿਧਾਂਤ ਆ, ਅਨਫੋਰਚੂਨੇਟਲੀ ਅਸੀਂ ਉਹੀ ਗੱਲ ਸਿਧਾਂਤ ਅਸੀਂ ਕਿਸੇ ਨੂੰ ਕਬੂਲ ਨਹੀਂ ਕਰਦੇ। ਅਸੀਂ ਜੋ ਸਾਡੇ ਮਨ ਨੂੰ ਆਉਂਦਾ ਉਹ ਅਸੀਂ ਕਰਦੇ ਹਾਂ। ਜਾਂ ਜੇ ਡਾਕਟਰ ਨੇ ਮੈਨੂੰ ਕਹਿਤਾ ਹਰੀਸ਼ ਨੇ ਵੀ ਤੂੰ ਆ ਕਰੀ ਤਾਂ ਮੈਂ ਕਹਿਣਾ ਚਲੋ ਇਹ ਵੀ ਕੰਸੀਡਰ ਕਰ ਲਓ। ਜਿਹੜਾ ਇਨਸਾਨ ਮਰ ਗਿਆ ਉਹਦੇ ਪਿੱਛੇ ਜਿਹੜਾ ਸਾਡੀ ਬਾਹਲੀ ਜਿਹੜੀ ਸਾਡੀ ਗੱਲਬਾਤ ਹੁੰਦੀ ਆ ਉਹ ਇਹ ਆ ਕਿ ਵੀ ਹਰੀਸ਼ ਲੁੱਕ ਆਫਟਰ ਕਰਦਾ ਸੀ ਆਪਣੇ ਡੈਡੀ ਦੀ, ਪਰ ਇਹਨੇ ਉਨੀ ਨਹੀਂ ਕੀਤੀ ਜਿੰਨੀ ਇਹਨੂੰ ਕਰਨੀ ਚਾਹੀਦੀ ਸੀ। ਜਾਂ ਭੈਣਾਂ ਨੇ ਕਹਿਣਾ ਜਾਂ ਭਰਾ ਨੇ ਕਹਿਣਾ ਇਹਨੂੰ ਤੂੰ ਅੰਗੂਠਾ ਲਵਾ ਲਿਆ ਹੋਣਾ। ਜਾਣੀ ਉਹ ਗੱਲਾਂ ਜਦੋਂ ਉਹ ਅਫਸੋਸ ਕਰਨੇ ਉਸ ਦੌਰਾਨ 'ਚ ਹੀ ਕਰਨੀਆਂ ਉਹਨਾਂ ਨੇ, ਬਿਲਕੁਲ, ਤਾਂ ਕਿ ਬਾਕੀਆਂ ਨੂੰ ਹਵਾ ਇਹ ਦੇਣੀ ਆ ਕਿ ਇੱਕ ਹੋਣ ਦਾ ਕੋਈ ਫਾਇਦਾ ਨਹੀਂ ਸੀਗਾ। ਇਹ ਉਹ ਸਹੀ ਤਾਂ ਫਲਾਨੀ ਕੁੜੀ ਸੀ ਇਹਦੀ, ਜਾਂ ਸਹੀ ਤਾਂ ਫਲਾਨਾ ਸੀਗਾ, ਮੈਂ ਫਲਾਨੇ ਟਾਈਮ 'ਤੇ ਉਹਨੂੰ ਚੱਪਲਾਂ ਲੱਗ ਦਿੱਤੀਆਂ ਸੀਗੀਆਂ। ਜਾਣੀ ਉਹ ਕੁਛ ਇੱਦਾਂ ਦੀ ਗੱਲਬਾਤ ਉਹਨੇ ਪੇਸ਼ ਕਰਨੀ ਆ ਕਿ ਜੇ ਕੋਈ ਬੈਠੇ ਆ ਤੁਸੀਂ ਆਏ ਵੀ ਉਹ ਕੋਈ ਅਫਸੋਸ ਕਰਨਾ, ਲੇਕਿਨ ਉਹਨੂੰ ਇਹ ਤੁਸੀਂ ਬਾਕੀਆਂ ਨੂੰ ਕਹਿਣ ਦੀ ਕੋਸ਼ਿਸ਼ ਕਰਨੀ ਆ ਕਿ ਵੀ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਆ, ਜਾਂ ਆਹ ਹੋਣਾ ਚਾਹੀਦਾ ਸੀਗਾ, ਜਾਂ ਆਹ ਹੋਣਾ ਚਾਹੀਦਾ। ਲੇਕਿਨ ਵੀ ਤੁਸੀਂ ਆਏ ਤਾਂ ਉਸ ਬੰਦੇ ਕੋਲ ਹੀ ਆ ਜਿਹਦੀ ਗੱਲ ਕਰਦੇ ਆ, ਕਿਉਂਕਿ ਸਾਡਾ ਜਿਹੜੀ ਗੱਲ ਕਰਨ ਦਾ ਨਜ਼ਰੀਆ ਕੁਛ ਹੋਰ ਹੀ ਹੁੰਦਾ। ਜਿੱਦਾਂ ਡਾਕਟਰ ਸਾਹਿਬ ਨੇ ਗੱਲ ਪਹਿਲਾਂ ਆਲਰੇਡੀ ਕੀਤੀ ਆ ਕਿ ਬੰਦਾ ਮਰ ਗਿਆ ਖਤਮ, ਉਸ ਤੋਂ ਬਾਅਦ ਜੋ ਤੁਸੀਂ ਬਾਕੀ ਕਰਦੇ ਆ, ਤੁਸੀਂ ਅਖੰਡ ਪਾਠ ਕਰਦੇ ਤਾਂ ਵੀ ਤੁਸੀਂ ਆਪਣੇ ਲਈ ਕਰਦੇ ਆ, ਤੁਸੀਂ ਹੋਰ ਕੋਈ ਰਸਮ ਕਰਦੇ ਆ ਤਾਂ ਵੀ ਤੁਸੀਂ ਆਪਣੇ ਲਈ ਕਰਦੇ ਆ। ਤੁਸੀਂ ਇਹ ਤੁਹਾਡੇ ਡਿਪੈਂਡ ਕਰਦਾ ਕਿ ਹਾਊ ਯੂ ਫਾਈਂਡ ਪੀਸ ਆਫ ਮਾਈਂਡ, ਤੁਸੀਂ ਕਿੱਦਾਂ ਕਬੂਲ ਕਰਦੇ ਆ। ਕਿਉਂਕਿ ਜਿਹੜੀ ਡੈਥ ਆ ਉਹਨੂੰ ਐਕਸੈਪਟ ਕਰਨਾ ਸਭ ਤੋਂ ਵੱਡੀ ਗੱਲ ਆ। ਬਿਲਕੁਲ ਬਿਲਕੁਲ, ਉਹਨੂੰ ਐਕਸੈਪਟ ਕਰਕੇ ਅੱਗੇ ਤੁਰਨਾ। ਇਹ ਹੋ ਗਿਆ, ਉਹਨੂੰ ਬਾਅਦ ਵਿੱਚ ਤੁਸੀਂ ਉਹਨੂੰ ਉਹ ਐਕਸੈਪਟ ਜਿਹੜਾ ਕੀਤਾ ਉਹਨੂੰ ਤੁਸੀਂ ਕਬੂਲ ਕਰਕੇ ਜ਼ਿੰਦਗੀ ਨੂੰ ਕਹਿਣਾ ਠੀਕ ਹੈ, ਮੇਰੇ ਬਾਪ ਨਾਲ, ਮੇਰੇ ਲੜਕੇ ਨਾਲ, ਜਾਂ ਮੇਰੀ ਫਲਾਣ ਜਿਹੜੀ ਇੰਨਾ ਕਿ ਮੇਰਾ ਸਾਥ ਸੀਗਾ ਉਹ ਨਿਭ ਗਿਆ ਵਧੀਆ। ਜੇ ਤੁਸੀਂ ਇਹ ਤੋਂ ਉੱਪਰ ਜਾਣਾ, ਅਗਰ ਤੁਸੀਂ ਸਿਲੈਕਟਡ ਚੰਗੀਆਂ ਗੱਲਾਂ, ਜੇ ਮਾਂ ਕੋਈ ਜਦੋਂ ਬੰਦਾ ਜੀਂਦਾ ਆ ਉਹਦੇ ਬੱਚੇ ਅਪ ਐਂਡ ਡਾਊਨ ਹੁੰਦੀਆਂ, ਬਹੁਤ ਸਾਰੀਆਂ ਗੱਲਾਂ ਚੰਗੀਆਂ ਹੁੰਦੀਆਂ ਵਿੱਚ ਮਾੜੀਆਂ ਵੀ ਕਰਦੇ, ਲੜਾਈ ਝਗੜਾ ਵੀ ਹੋ ਜਾਂਦਾ। ਜਿਹੜੀਆਂ ਗੱਲਾਂ ਸਿੱਖਿਆ ਦਿੰਦੀਆਂ ਤੁਹਾਨੂੰ, ਉਹਨਾਂ ਨੂੰ ਯਾਦ ਕਰਕੇ ਤੁਸੀਂ ਜ਼ਿੰਦਗੀ ਵਧੀਆ ਬਤੀਤ ਕਰ ਸਕਦੇ ਹੋ, ਉਹਨਾਂ ਕੋਲੋਂ ਸਿੱਖ ਸਕਦੇ ਹੋ ਤੁਸੀਂ। ਹਮੇਸ਼ਾ ਹੀ ਗੱਲ ਕੋਈ ਵੀ ਵਧੀਆ ਨਹੀਂ ਕਰਦਾ ਹੁੰਦਾ। ਮੈਂ ਇੱਥੇ ਨਾਲ ਕਲੈਰੀਫਾਈ ਵੀ ਕਰ ਦਵਾਂ ਕਿ ਹਰ ਇਨਸਾਨ, ਮਾੜੇ ਤੋਂ ਮਾੜਾ ਇਨਸਾਨ, ਉਹਦੇ ਵਿੱਚ ਖੂਬੀਆਂ ਜ਼ਿਆਦਾ ਹੋਣਗੀਆਂ, ਭੈੜ ਘੱਟ ਹੋਣਗੇ। ਪਰ ਅਸੀਂ ਇੱਦਾਂ ਦੀ ਸਾਡੀ ਸੋਚ ਬਣੂਗੀ ਆ, ਅਸੀਂ ਇੱਕ ਮਾੜੀ ਗੱਲ ਹੋ ਗਈ ਅਸੀਂ ਉਹਨੂੰ ਰਿਪੀਟ ਇੰਨੀ ਵਾਰੀ ਕਰਨਾ, ਉਹ ਜਿਹੜੀਆਂ ਚੰਗੀਆਂ ਗੱਲਾਂ ਸਾਰੀਆਂ ਧੋ ਦਿੰਦੀਆਂ ਸੀ। ਹੁਣ ਆਪਾਂ ਗੱਲ ਆਉਂਦੇ ਹਾਂ ਵੀ ਅਸੀਂ ਜਿਹੜਾ ਆਦਮੀ ਚਲਾ ਗਿਆ ਉਹਦੀਆਂ ਚੰਗਿਆਈਆਂ ਬਾਰੇ ਗੱਲ ਅਸੀਂ ਕਿੰਨੀ ਕੁ ਕਰਦੇ, ਜੇ ਨਹੀਂ ਕਰਦੇ ਕਿਉਂ ਨਹੀਂ ਕਰਦੇ? ਦੇਖੋ ਇਹਦੇ ਵਿੱਚ ਬਹੁਤ ਸਾਰੀ ਗੱਲਾਂ ਜਿਹੜੀਆਂ ਪਹਿਲਾਂ ਤਾਂ ਡਾਕਟਰ ਸਾਹਿਬ ਦਾ ਇੱਕ ਵਾਰੀ ਮੈਂ ਵੀ ਧੰਨਵਾਦ ਕਰ ਦਵਾਂ, ਬਹੁਤ ਮਿਹਰਬਾਨੀ ਮੇਰੇ ਵੀਰ ਗੁਰਨਾਮ ਸਿੰਘ ਜੀ। ਜਿਹੜੀ ਗੱਲ ਕਰਨ ਵਾਲੀ ਹੁੰਦੀ ਉਹ ਇਹ ਹੈ ਵੀ ਦੁੱਖ ਪਰਿਵਾਰ ਨੂੰ ਹੋਇਆ, ਸਾਡੀ ਚੀਜ਼ ਹੈ ਕੋਈ ਛੋਟੀ ਜਿਹੀ ਵੀ ਗਵਾ ਜਾਵੇ ਤਾਂ ਸਾਨੂੰ ਉਹਦਾ ਲੱਭਦੇ ਫਿਰਦੇ ਲਈ ਕਿੱਥੇ ਚਲ ਗਈ ਉਹ। ਉਸ ਦੁੱਖ ਨੂੰ ਜਰਨ ਦੇ ਲਈ ਸਾਨੂੰ ਹਿੰਮਤ ਵਧਾਉਣੀ ਪੈਂਦੀ ਹੈ ਜਿਹੜੇ ਬਾਕੀ ਪਿੱਛੇ ਰਹਿ ਗਏ ਹੈਗੇ। ਅਤੇ ਕਈ ਵਾਰੀ ਅਸੀਂ ਬੱਚਿਆਂ ਨੂੰ ਯਾਨੀ ਕਿ ਇਗਨੋਰ ਕਰ ਦਿੰਦੇ ਹੈ। ਬੱਚਿਆਂ ਨੂੰ ਵੀ ਬਹੁਤ ਵੱਡਾ ਦੁੱਖ ਹੁੰਦਾ ਹੈਗਾ। ਬੱਚਿਆਂ ਨੂੰ ਜਿਹੜਾ ਹੈਗਾ ਅਸੀਂ ਕਈ ਵਾਰੀ ਸ਼ਮਸ਼ਾਨ ਘਾਟ ਲੈ ਕੇ ਨਹੀਂ ਜਾਂਦੇ ਹੈਗੇ, ਫਿਊਨਰਲ 'ਤੇ ਲੈ ਕੇ ਨਹੀਂ ਜਾਂਦੇ ਹੈਗੇ। ਬੱਚਿਆਂ ਨੂੰ ਸੱਚੋ ਸੱਚ ਦੱਸਣਾ ਚਾਹੀਦਾ ਵੀ ਕੀ ਹੋ ਗਿਆ ਹੈਗਾ, ਕੋਈ ਬਹਾਨਾ ਨਹੀਂ ਉਹਨਾਂ ਨੂੰ ਬਣਾਉਣਾ ਚਾਹੀਦਾ। ਇਹ ਸਾਈਕੋਲੋਜੀਕਲੀ ਪ੍ਰੂਵ ਹੋ ਚੁੱਕਾ ਹੈਗਾ ਵੀ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈਗਾ ਅਤੇ ਸੱਚੋ ਸੱਚ ਦੱਸਣਾ ਚਾਹੀਦਾ ਤਾਂ ਕਿ ਉਹ ਉਸ ਦੁੱਖ ਨੂੰ ਜਰ ਸਕਣ ਅਤੇ ਉਹਨਾਂ ਦੀ ਬਹੁਤ ਜ਼ਿਆਦਾ ਸਹਾਇਤਾ ਵੀ ਕਰਨੀ ਚਾਹੀਦੀ ਵੀ ਉਸ ਦੁੱਖ ਵਿੱਚੋਂ ਕਿੱਦਾਂ ਨਿਕਲ ਸਕਣ। ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ, ਉਹਨਾਂ ਨਾਲ ਜਿਹੜਾ ਹੈਗਾ ਬੈਠ ਕੇ ਸਮਾਂ ਬਿਤਾਉਣਾ ਚਾਹੀਦਾ ਹੈਗਾ। ਦੂਸਰੀ ਜਾਣੀ ਕਿਹੜੀ ਗੱਲ ਬਹੁਤ ਜ਼ਿਆਦਾ ਜ਼ਰੂਰੀ ਇਹ ਹੈ ਵੀ ਜਿਹੜਾ ਬਹੁਤ ਸਾਰੇ ਰਿਸ਼ਤੇਦਾਰ ਜਿਸ ਤਰ੍ਹਾਂ ਗੱਲਾਂ ਆਪਾਂ ਕਰ ਰਹੇ ਹੈਗੇ, ਰਿਸ਼ਤੇਦਾਰ ਜਾਣੀ ਕਿ ਆਉਂਦੇ ਹੈਗੇ ਆ, ਉਹਨਾਂ ਨੂੰ ਇਹ ਨਹੀਂ ਹੁੰਦਾ ਲੈ ਵੀ ਹਾਂ ਬਈ ਉਹ ਬੰਦਾ ਚਲ ਗਿਆ ਹੈਗਾ। ਉਹਨਾਂ ਨੂੰ ਇਹ ਫਿਕਰ ਰਹਿੰਦਾ ਵੀ ਜਿਹੜੀਆਂ ਉਹਦੀਆਂ ਪ੍ਰੋਪਰਟੀਜ਼ ਹੈਗੀਆਂ ਉਹਨਾਂ ਦੀ ਡਿਵੀਜ਼ਨ ਕਿੱਦਾਂ ਹੁੰਦੀ ਆ, ਖਾਸ ਕਰਕੇ ਭੈਣ ਭਰਾਵਾਂ ਵਿੱਚ। ਜਾਂ ਕਿਹੜਾ ਸੋਨਾ ਛੱਡ ਕੇ ਚਲ ਗਈ ਹੈਗੀ ਮਾਂ, ਉਹ ਵੀ ਉਹਦਾ ਕੀ ਕਰਨਾ ਹੈਗਾ। ਜਾਂ ਕਿਹੜੇ ਪੈਸੇ ਛੱਡ ਕੇ ਚਲ ਗਏ ਹੈਗੇ ਆ, ਉਹਦਾ ਇਨਕੇ ਕੀ ਕਰਨਾ ਹੈਗਾ ਜੇ ਯਾਨੀ ਕਿ ਦੋਨੇ ਮਾਂ ਬਾਪ ਹੈ ਨਹੀਂ ਗੇ। ਅਤੇ ਜਾਂ ਯਾਨੀ ਕਿ ਜੇ ਇੱਕ ਵੀ ਹੈਗਾ ਤਾਂ ਉਹਦਾ ਵੀ ਕੋਈ ਇੰਨਾ ਕੋਈ ਬਹੁਤਾ ਬੋਦਰ ਨਹੀਂ ਕਰਦਾ ਵੀ ਉਹਨੂੰ ਕਿੱਦਾਂ ਕੰਟਰੋਲ ਕਰਨਾ ਹੈਗਾ। ਸੋ ਗੱਲ ਯਾਨੀ ਕਿ ਜਿਹੜਾ ਸਾਡਾ ਮੋਟਿਵ ਹੈਗਾ
ਮੋਟਿਵ ਸਾਡਾ ਇਹ ਹੋਣਾ ਚਾਹੀਦਾ ਲੈ ਵੀ ਅਸੀਂ ਉਹਨਾਂ ਨੂੰ ਹੌਸਲਾ ਕਿੱਦਾਂ ਦੇਣਾ ਹੈਗਾ ਰਾਦਰ ਵੀ ਸਾਡੇ ਡਿਫਰੈਂਟ ਜਾਣੀ ਕਿ ਮੋਟਿਵਸ ਹੈ। ਜਿਹੜੇ ਰੀਤੀ ਰਿਵਾਜਾਂ ਦੀ ਗੱਲ ਹੈਗੀ ਆ ਬੜੀਆਂ ਡਿਸਗਸਟਿੰਗ ਜਾਣੀ ਕਿਸਮ ਦੀਆਂ ਜਿਹੜੀਆਂ ਅਸੀਂ ਰਸਮਾਂ ਕਰਦੇ ਹੈਗੇ ਜਿਨ੍ਹਾਂ ਦਾ ਕੋਈ ਮਕਸਦ ਨਹੀਂ ਹੈ। ਉਹਦੇ ਵਿੱਚ ਖਰਚਾ ਵੀ ਸਾਡਾ ਬਹੁਤ ਜ਼ਿਆਦਾ ਆਉਂਦਾ ਹੈਗਾ। ਜੇ ਕਿਸੇ ਦਾ ਧਾਰਮਿਕ ਅਕੀਦਾ ਹੈਗਾ ਦੈਟਸ ਫਾਈਨ, ਉਹਨੂੰ ਸਿੰਪਲ ਟੂ ਸਿੰਪਲ ਜਾਣੀ ਕਿ ਸਿੰਪਲ ਤੋਂ ਸਿੰਪਲ ਜਾਣੀ ਕਰਨਾ ਚਾਹੀਦਾ ਹੈ ਤਾਂ ਕਿ ਉਹ ਗੱਲ ਖਤਮ ਹੋ ਜਾਏ। ਨਹੀਂ ਤਾਂ ਅਦਰਵਾਈਜ਼ ਸੈਲੀਬ੍ਰੇਸ਼ਨ ਆਫ ਦਾ ਪਰਸਨ ਹੋਣੀ ਚਾਹੀਦੀ ਹੈ। ਉਹਦੇ ਚੰਗੇ ਗੁਣ ਕਿਹੜੇ ਸੀਗੇ ਉਹਨਾਂ ਨੂੰ ਅਸੀਂ ਕਿੱਦਾਂ ਇਨਕੇ ਅਪਣਾ ਸਕਦੇ ਹੈਗੇ ਹਾਂ। ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਵੀ ਜਿਹੜੇ ਅਸੀਂ ਚੰਗੇ ਗੁਣਾਂ ਨੂੰ ਕਿੱਦਾਂ ਅਪਣਾਈਏ। ਬੁਰਾਈਆਂ 'ਚ ਤੁਹਾਡੇ 'ਚ ਵੀ ਹੈ, ਮੇਰੇ 'ਚ ਵੀ ਹੈ, ਹਰ ਇੱਕ ਵਿੱਚ ਬੁਰਾਈਆਂ ਹੈਗੀਆਂ। ਕੋਈ ਵੀ ਇਹੋ ਜਿਹੀ ਦੁਨੀਆ 'ਚ ਇਨਸਾਨ ਨਹੀਂ ਹੈ ਜਿਹਦੇ ਵਿੱਚ ਬੁਰਾਈਆਂ ਨਹੀਂ ਹੈਗੀਆਂ। ਤੁਸੀਂ ਜਿੰਨੀਆਂ ਮਰਜ਼ੀ ਕਿਸੇ ਬਾਰੇ ਉਂਗਲਾਂ ਇਨਕੇ ਕਰੀ ਚੱਲੋ, ਪਰ ਦੇਖਣ ਵਾਲੀ ਗੱਲ ਇਹ ਵੀ ਅਸੀਂ ਉਸ ਗੱਲ ਨੂੰ ਅੱਗੇ ਕਿੱਦਾਂ ਤੋਰਦੇ ਹੈਗੇ ਹਾਂ। ਅਤੇ ਜਿਹੜੇ ਫਜ਼ੂਲ ਕਿਸਮ ਦੇ ਰੀਤੀ ਰਿਵਾਜ ਅਸੀਂ ਬਣਾਏ ਹੈਗੇ ਆ ਜਿਹੜੇ ਅਸੀਂ ਬਾਅਦ 'ਚ ਵੀ ਹੁਣ ਗੱਲ ਕਰਾਂਗੇ, ਕੋਈ ਕਾਲਸ ਵੀ ਆ ਰਹੀਆਂ ਹੈਗੀਆਂ ਉਹ ਵੀ ਇਸ ਲੈਣੀਆਂ ਵੀ ਜਿਹੜੇ ਜਦੋਂ ਰਸਮ ਪੂਰੀ ਹੋ ਗਈ ਹੈਗੀ ਉਹਨੂੰ ਅਸੀਂ ਫਿਊਨਰਲ ਵੀ ਉਹਦਾ ਕਰਤਾ ਹੈਗਾ। ਉਸ ਤੋਂ ਬਾਅਦ ਜਿਹੜੇ ਐਸ਼ਜ਼ ਹੈਗੇ ਆ ਅਸਥ ਜਿਹੜੇ ਕਿਨੇ ਆਪਾਂ ਉਹਨਾਂ ਦਾ ਕੀ ਕਰਨਾ ਹੈਗਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹੈਗੇ। ਉਹਦੇ ਨਾਲ ਵੀ ਕਈ ਕੁਐਸਚਨ ਕਿ ਜੁੜਿਆ ਹੈ। ਹਾਂਜੀ ਹੈਲੋ ਜੀ, ਕੌਣ ਤੇ ਕਿੱਥੋਂ ਦਾ ਸਵਾਗਤ ਤੁਹਾਡਾ ਜੀ, ਵੈਲਕਮ ਹਾਂਜੀ ਜੀ। ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੁੰਦੇ ਅੱਜ ਦੇ ਮਸਲੇ ਤੇ? ਹੈਲੋ ਜੀ, ਹਾਂਜੀ ਹਾਂਜੀ ਸਵਾਗਤ ਹੈ। ਹਾਂਜੀ ਮੈਂ ਉਜਾਗਰ ਸਿੰਘ ਬੋਲ ਰਿਹਾ ਹਾਂ। ਸਵਾਗਤ ਹੈ ਜੀ ਤੁਹਾਡਾ ਬਹੁਤ ਸਵਾਗਤ ਸਿੰਘ ਜੀ। ਤੇ ਅੱਜ ਦਾ ਜਿਹੜਾ ਟੌਪਿਕ ਹੈ ਉਸ ਤੋਂ ਪਹਿਲਾਂ ਮੈਂ ਚੰਨੀ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਤੇ ਪਹਿਲਾਂ ਮੈਂ ਕਹਿਣਾ ਹੈ ਕਿ ਹਰ ਬਿਨ ਹੈ ਕੋ ਕਹਾਂ ਬਤਾਓ, ਹਰੀ ਤੋਂ ਬਗੈਰ ਕੋਈ ਬੰਦਾ ਨਹੀਂ ਹੈਗਾ। ਤੇ ਹਰ 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 ਹਰੇ ਹਰ 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 ਹੇਤ ਉਠਤ ਬੈਠਤ ਸੋਭਤੇ ਹਰ 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 ਢੇਤ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਹਰ ਬਿਨ ਹੈ ਕੋ ਕਾਂ। ਇਹਦੇ ਤੇ ਮੈਂ ਬੋਲਣ ਲੱਗਾ ਤੇ ਮੈਂ 2 ਘੰਟੇ ਬੋਲ ਸਕਦਾ ਹਾਂ ਕਿਉਂਕਿ ਹਰ ਜੀਓ ਸੱਚਾ ਸੱਚ ਹੈ, ਸੱਚੀ ਗੁਰਬਾਣੀ ਹਰ ਜੀਓ ਨਿਰਮਲ। ਇਹਦੇ ਬਾਰੇ ਨਹੀਂ ਗੱਲ ਕਰਨੀ, ਅੱਜ ਮੌਤ ਬਾਰੇ ਗੱਲ ਕਰਨੀ ਹੈ। ਤੇ ਮੇਰੀ ਘਰਵਾਲੀ 85 ਸਾਲ ਦੀ ਸੀ, ਉਹ 29 ਜੂਨ ਨੂੰ ਪੂਰੀ ਹੋ ਗਈ ਹੈ ਜੀ। ਉਹਨੇ ਜਾਣ ਤੋਂ ਪਹਿਲਾਂ ਇਹ ਗੱਲ ਇਹ ਕਿਹਾ, ਪਹਿਲਾਂ ਤੇ ਸੀਗੇ ਕਰੋਨਾ ਕਰਕੇ ਹਸਪਤਾਲ ਨਹੀਂ ਸੀ ਉਹਨੂੰ ਭੇਜੀ, ਉਹ ਡਿੱਗ ਪਈ ਸੀ ਤੇ 21 ਮਹੀਨੇ ਮੈਂ ਉਹਦੀ ਰੱਜ ਕੇ ਸੇਵਾ ਕੀਤੀ। ਉਹਨਾਂ ਦਾ ਪਿਸ਼ਾਬ ਜਿਹੜਾ ਸੀ ਕਰਾਉਣਾ, ਡੋਲਣਾ, ਟੱਟੀ, ਫਿਰ ਹੌਲੀ ਹੌਲੀ ਉਹ ਆਪ ਵੀ ਜਾਣ ਲੱਗ ਪਏ। ਚਾਹ ਪਾਣੀ ਉਹਨਾਂ ਦਾ, ਉਹਨਾਂ ਦੀ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਮੈਂ ਤੇ ਮੇਰੀ ਨੂੰਹ ਨੇ ਕੀਤਾ। ਲੜਕੇ ਨੇ ਕੀਤਾ, ਲੜਕਾ ਡਾਕਟਰ ਹੈ। ਠੀਕ ਹੈ ਜੀ। ਤੇ 5 ਬੱਚੇ ਨੇ, 5 ਜਿਹੜੇ ਆ ਤਕਰੀਬਨ ਆਪਣੇ ਹੈਡ ਆਫ ਡਿਪਾਰਟਮੈਂਟ ਨੇਗੇ। ਇਹ ਮੈਂ ਮੌਤ ਦੇ ਬਾਰੇ ਗੱਲ ਕਰਨਾ ਹੈ ਕਿ ਇਹ ਕਰਦੇ ਨੇ ਲੋਕ ਵਿਖਾਵਾ, ਪਖੰਡ, ਮੰਮੋ ਠੱਗਣੀਆਂ ਗੱਲਾਂ। ਦਿਲੀ ਹਮਦਰਦੀ ਬਹੁਤ ਘੱਟ ਹੁੰਦੀ ਹੈ। ਤੇ ਜਾਣ ਲੱਗੀ ਮੈਨੂੰ 1 ਹਫ਼ਤਾ ਪਹਿਲਾਂ ਬੱਚਿਆਂ ਸਾਰਿਆਂ ਨੂੰ ਕਹਿੰਦੀ ਆ, 5 ਨੂੰ ਹੀ ਕਹਿੰਦੀ ਆ 3 ਗੱਲਾਂ ਮੈਂ ਕਹਿਣ ਲੱਗੀ ਆ। ਪਹਿਲੀ ਗੱਲ ਆ ਕਿ ਰੋਇਓ ਨਾ, ਤੇ ਦੂਸਰੀ ਗੱਲ ਇਹ ਆ ਕਿ ਲੜਿਓ ਨਾ ਆਪਸ ਵਿੱਚ ਦੀ ਮੇਰੇ ਜਾਣ ਪਿੱਛੋਂ। ਤੇ ਤੀਸਰੀ ਗੱਲ ਆ ਕਿ ਆਪਸ ਵਿੱਚ ਦੀ ਮੇਰਾ ਸਾਰਾ ਕਿਰਿਆ ਕਰਮ ਕਰਿਓ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਠੀਕ ਹੈ। ਜੇ ਕਿਸੇ ਨੂੰ ਦੱਸਿਆ ਹੈ ਤੇ ਉਹ ਸਿਰਫ ਇੰਨਾ ਕੁ ਦੱਸਿਆ ਹੈ ਕਿ ਕੋਈ ਗੁਆਂਢੀ ਹੈ ਤੇ ਬੜਾ ਲਿਮਿਟਡ ਤਰੀਕੇ ਨਾਲ ਕੀਤਾ ਹੈ। ਆ ਫੁੱਲ ਤਾਰਨੇ ਜਿਹੜੇ ਆ, ਸੰਸਕਾਰ ਕਰਨਾ ਜਿਹੜਾ ਹੈ, ਉਹ ਖੁਦ ਮੈਂ ਆਪ ਜਾ ਕੇ ਕੀਰਤਨ ਸੋਲੇ ਦਾ ਪਾਠ ਕੀਤਾ। ਇੱਕ ਗੁਰਦੁਆਰੇ ਦੇ ਭਾਈ ਨੂੰ ਮੰਗਾ ਲਿਆ ਹੈ, 2 ਜਣਿਆਂ ਨੇ ਅਸੀਂ ਚੌਪਈ ਸਾਹਿਬ ਦਾ ਪਾਠ ਕੀਤਾ, ਘਰ ਵਿੱਚ ਵੀ ਸਾਰਾ ਆਪ ਕੀਤਾ ਹੈ। ਤੇ ਫੁੱਲ ਤਾਰਨ ਬਾਰੇ ਗੁਰਦੁਆਰੇ ਵਾਲਿਆਂ ਨੂੰ ਜਦੋਂ ਪੁੱਛਿਆ ਹੈ ਤੇ ਉਹ ਕਹਿੰਦੇ ਆ ਜੀ ਕਿਸੇ ਨੇ ਗੱਲ ਹੀ ਨਹੀਂ ਕੀਤੀ। ਲਾਗੇ ਚਾਗੇ ਦੇ ਗੁਰਦੁਆਰੇ ਸੀ, ਬਾਰ ਕਿੰਗ ਸੀ, 7 ਕਿੰਗਸ ਸੀ ਤੇ ਐਸੈਕਸ ਵਿੱਚ ਮੈਂ ਹੌਰਨ ਚਰਚ ਰਹਿਣਾ। ਤੇ ਅਸੀਂ ਆਪਣੇ ਤਰੀਕੇ ਨਾਲ ਕੀਤਾ ਸਭ ਕੁਛ। ਤੇ ਹੁਣ 12 ਸਤੰਬਰ ਨੂੰ ਉਹਦੇ ਫੁੱਲ ਵੀ ਤਾਰ ਦਿੱਤੇ ਆ ਆਪਣੇ ਲਾਗੇ ਦੀ ਲੇਕ ਦੇ ਵਿੱਚ, ਜਿੱਥੇ ਤਕਰੀਬਨ 100 ਬਰਡਸ ਬੈਠੇ ਹੁੰਦੇ ਆ। ਅੱਜ ਵੀ ਮੈਂ ਗਿਆ ਹੈ ਤੇ 10 ਵਜੇ ਗਿਆ ਸੀ ਤੇ ਉੱਡ ਕੇ 20 ਫੁੱਟ ਦੇ ਉੱਤੇ ਮੇਰੇ ਉੱਤੋਂ ਕੋਈ ਜੋੜਾ ਲੰਘ ਜਾਂਦਾ ਸੀ, ਕੋਈ ਦੂਸਰਾ ਲੰਘ ਜਾਂਦਾ ਸੀ। ਤੇ ਮੈਨੂੰ ਉੱਥੇ ਦਿਖਾਈ ਉਸੇ ਤਰ੍ਹਾਂ ਹੀ ਦਿਖਾਈ ਦਿੱਤੀ ਹੈ। ਘੱਟ ਤੋਂ ਘੱਟ ਕਰੋ, ਇਹ ਵਿਖਾਵਾ, ਇਹ
ਪਖੰਡ ਹੈ ਤੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਉਹ ਦੁਬਾਰਾ ਸਰਵਾਈਵ ਹੋ ਗਈ ਆ। ਪਰ ਉਸ ਤੋਂ ਵੱਧ ਖੁਸ਼ੀ ਮੈਨੂੰ ਜਿਹੜੀ ਹੋਈ ਆ ਉਹ ਆ ਮੈਨੂੰ ਚੰਨੀ ਦੇ ਬਣਨ ਦੇ ਉੱਤੇ ਪ੍ਰਾਈਮ ਜਿਹੜਾ ਹੈਗਾ ਚੀਫ ਮਿਨਿਸਟਰ ਮੈਂ ਗੁਰੂ ਕੇ ਬਾਗ ਦਾ ਪੜ੍ਹਿਆ ਹੈ ਤੇ ਮਨਮੋਹਨ ਸਿੰਘ ਦੇ ਨਾਲ ਹਿੰਦੂ ਕਾਲਜ ਦੇ ਵਿੱਚ ਜਦੋਂ ਗਿਆ 1951 ਵਿੱਚ ਉਹਨੂੰ ਰੋਲ ਆਫ ਆਨਰ ਮਿਲੀ ਸੀ। ਮੈਂ ਬਾਅਦ ਵਿੱਚ ਰੋਲ ਆਫ ਐਥਲੈਟਿਕਸ ਵਿੱਚ ਲਈ ਆਨਰ ਤੇ ਉਹ ਗੱਲਾਂ ਵੱਖਰੀਆਂ ਨੇ। ਖਾਲਸਾ ਕਾਲਜ ਪੜ੍ਹਿਆ, ਲੀਡਜ਼ ਯੂਨੀਵਰਸਿਟੀ ਵਿੱਚ ਪੜ੍ਹਿਆ। ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਇਹ ਜਿਹੜਾ ਹਰੀ ਹੈ ਨਾ, ਤੁਸੀਂ ਆਤਮ ਪਰਮਾਤਮਾ ਹੋਣ ਵਾਸਤੇ ਆਏ ਜੇ ਤੇ ਮੈਂ ਹੁਣ ਯਾਨੀ ਇਹੋ ਹੀ ਕਹਿੰਦਾ ਹੈ ਕਿ ਜਿਹੜਾ ਹੈ ਜਿਹੜੀ ਮੇਰੀ ਚਲੀ ਗਈ ਹੈ ਘਰ ਵਾਲੀ, ਉਹ ਮੇਰੀ ਆਤਮਾ ਦੀ ਆਵਾਜ਼ ਹੈ। ਉਹ ਛੁਪੀ ਨਹੀਂ ਮੇਰੇ ਕੋਲ, ਉਹ ਮੇਰੇ ਕੋਲ ਹੀ ਹੈ ਔਰ ਆਨੰਦ ਦੇ ਵਿੱਚ। ਔਰ ਜਾਣ ਲੱਗਿਆ ਇੰਨੀ ਖੁਸ਼ੀ ਹੋਈ ਜਦੋਂ ਘਰ ਦੇ ਵਿੱਚ ਹੱਥ ਜੋੜ ਲੈ ਤੇ ਸਾਨੂੰ ਕਹਿਣ ਲੱਗੀ ਕਿ ਜਾਓ ਹੁਣ। ਤੇ ਬੱਚਿਆਂ ਵਾਂਗ ਹੌਲੀ ਹੌਲੀ ਸਾਹ ਲੈਣ ਲੱਗ ਪਈ। ਅਸੀਂ ਗਏ ਜਿਸ ਵੇਲੇ ਤੇ ਸਾਡੇ ਉੱਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਮੇਰੇ ਲੜਕੇ ਉੱਤੇ ਵੀ ਤੇ ਮੇਰੇ ਉੱਤੇ ਵੀ ਤੇ ਮੇਰੀ ਲੜਕੀ ਦੇ ਉੱਤੇ ਵੀ ਜਿਸ ਤਰ੍ਹਾਂ ਪਾਣੀ ਦੀਆਂ ਫੁਹਾਰਾਂ ਪੈ ਰਹੀਆਂ। ਤੇ ਮੈਨੂੰ ਯਾਦ ਆ ਰਿਹਾ ਸੀ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ, ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ, ਹਰ ਜੀਉ ਓਕੇ ਜੀ, ਥੈਂਕ ਯੂ ਵੈਰੀ ਮਚ। ਤੁਹਾਡਾ ਬਹੁਤ ਵਧੀਆ, ਤੁਸੀਂ ਆਪਣੇ ਵਿਚਾਰ ਦੇ ਕੇ ਗਏ ਆ। ਖਾਸ ਤੌਰ 'ਤੇ ਤੁਸੀਂ ਆਪਣੀ ਫੀਲਿੰਗ ਦੱਸੀ ਆਪਣੇ ਘਰ ਵਾਲੀ ਪ੍ਰਤੀ। ਇਹ ਬਹੁਤ ਇਮੋਸ਼ਨਲ ਹੁੰਦਾ ਟਾਈਮ, ਕਿਉਂਕਿ ਖਿਆਲ ਰੱਖਣਾ ਚਾਹੀਦਾ ਟਾਈਮ ਆਪ ਨੂੰ ਓਨਾ ਕੀ ਹੁੰਦਾ। ਡਾਕਟਰ ਸਾਹਿਬ, ਇੱਕ ਜਿਹੜੀ ਉਹ ਟੱਚ ਵੀ ਕਰਕੇ ਗੱਲ ਨੂੰ, ਜਿਹੜੀਆਂ ਅਸਥੀਆਂ ਪਾਉਣੀਆਂ, ਇਹਦੇ ਪੱਖ ਸਮਾਜਿਕ ਧਾਰਮਿਕ ਹੈਗੇ ਆ। ਅਸਥੀਆਂ ਪਾਉਣੀਆਂ ਜ਼ਰੂਰੀ ਆ ਜਾਂ ਇਹ ਕਿੱਥੇ ਪਾਉਣੀਆਂ ਇਹ ਜ਼ਰੂਰੀ ਆ? ਤੁਹਾਡੇ ਵਿਚਾਰ ਕੀ ਹੈ? ਦੇਖੋ, ਜਿੱਥੇ ਤੱਕ ਮੇਰੇ ਵਿਚਾਰ ਹੈਗੇ ਆ, ਮੈਂ ਅੱਜ ਜਿਹੜਾ ਆਪਣਾ ਇੰਟਰਨੈਸ਼ਨਲ ਰੇਡੀਓ ਹੈਗਾ ਬਹੁਤ 150 ਮੁਲਕਾਂ ਵਿੱਚ ਦੇਖਿਆ ਜਾ ਰਿਹਾ। ਮੈਂ ਆਪਣੇ ਘਰਦਿਆਂ ਨੂੰ ਕਿਹਾ ਹੈਗਾ, ਮੈਂ ਹੁਣ ਟੈਲੀਵਿਜ਼ਨ 'ਤੇ ਵੀ ਕਹਿਣਾ ਹੈਗਾ ਵੀ ਜਦੋਂ ਮੈਂ ਇਸ ਦੁਨੀਆ ਤੋਂ ਚਲ ਗਿਆ ਅਤੇ ਜਿਹੜੀਆਂ ਮੇਰੀਆਂ ਅਸਥੀਆਂ ਹੈਗੀਆਂ ਉਹ ਖਿਲਾਰ ਦੇਣੀਆਂ ਚਾਹੀਦੀਆਂ ਹੈ। ਜਿੱਥੇ ਯਾਨੀ ਕਿ ਮੈਂ ਤੁਰਨ ਜਾਣਾ ਹੈ ਖੇਤਾਂ ਵਿੱਚ ਪਿੱਛੇ ਆਪਣੇ ਘਰ ਦੇ, ਉੱਥੇ ਅਤੇ ਕੁਛ ਯਾਨੀ ਕਿਹੜਾ ਹੈਗਾ ਜਿਸ ਪਿੰਡ ਵਿੱਚ ਮੈਂ ਜੰਮਿਆ ਸੀ ਉੱਥੇ ਯਾਨੀ ਖਿਲਾਰ ਦੇਣੀਆਂ ਚਾਹੀਦੀਆਂ। ਕਿਉਂਕਿ ਅਸੀਂ ਲੋਕਾਂ ਨੇ 5 ਦਰਿਆਵਾਂ ਦੇ ਪਾਣੀ ਨੂੰ, ਜਿਹੜੇ 3 ਦਰਿਆ ਵੀ ਸਾਡੇ ਆਪਣੇ 2.5 ਹੈਗੇ ਆ ਪੰਜਾਬ ਦੇ ਵਿੱਚ, ਉਹਨਾਂ ਨੂੰ ਬਿਲਕੁਲ ਹੀ ਪ੍ਰਦੂਸ਼ਣ ਯਾਨੀ ਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਕੀਤਾ ਹੈਗਾ। ਉਹਨਾਂ ਨੂੰ ਅਸੀਂ ਬਹੁਤ ਯਾਨੀ ਕਿਹੜਾ ਹੈਗਾ ਮਲੀਨ ਕਰਕੇ ਰੱਖਤਾ ਹੈਗਾ, ਗੰਗਾ ਨੂੰ ਮਲੀਨ ਕਰਕੇ ਰੱਖਤਾ ਹੈਗਾ। ਉਹਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਆਦਮੀ ਫਿਨਿਸ਼ ਹੋ ਗਿਆ, ਇਨਸਾਨ ਫਿਨਿਸ਼ ਹੋ ਗਿਆ, ਉਸ ਤੋਂ ਬਾਅਦ ਗੱਲ ਖਤਮ ਹੈਗੀ ਆ। ਅਤੇ ਕੁਛ ਲੋਕ ਜਿਹੜੇ ਹੈਗੇ ਆ ਅਸਥੀਆਂ ਨੂੰ ਲੈ ਕੇ ਜਾਂਦੇ ਹੈਗੇ ਅਤੇ ਨਾਲ ਇੱਕ ਹੋਰ ਵੀ ਰੀਤੀ ਸਾਡੇ ਚੱਲੀ ਹੈਗੀ ਆ, ਜੇ ਹਵਾਈ ਦੀ ਟਿਕਟ ਤਾਂ ਉਹਦੀ ਟਿਕਟ ਐਕਸਟਰਾ ਲੈਂਦੇ। ਹਾਂ ਜੀ, ਚੱਲ ਬਾਪੂ ਚੱਲੀਏ ਜਾਂ ਚੱਲ ਮਾਂ ਚੱਲੀਏ। ਮੈਂ ਸਮਝਦਾ ਵੀ ਉਹਦੀ ਕੋਈ ਵੀ ਤਰਕਸ਼ੀਲਤਾ ਨਹੀਂ ਹੈ, ਉਹਦੀ ਕੋਈ ਵੀ ਜਹਾਜ਼ ਨਹੀਂ ਲੈਂਦੇ, ਜਹਾਜ਼ ਨਹੀਂ। ਪਰ ਜਦੋਂ ਉੱਥੇ 3 ਵੀਲਰ ਦੀ ਲੈ ਲੈਂਦੇ ਆ ਅਤੇ ਜਾਂ ਟੈਂਪੂ ਦੀ ਲੈ ਲੈਂਦੇ, ਜਾਂ ਕਿ ਟ੍ਰੇਨ ਦੀ ਵੀ ਕਈ ਵਾਰੀ ਲੈ ਲੈਂਦੇ ਹੈਗੇ ਕਿਉਂਕਿ ਸਸਤੀ ਪੈਂਦੀ ਹੈ ਨਾ। ਅਤੇ ਇਸ ਕਰਕੇ ਉਹਦੇ ਵਿੱਚ ਵੀ ਕੋਈ ਤੁੱਕ ਨਹੀਂ ਹੈ। ਸਭ ਇਹ ਵਹਿਮ ਭਰਮ ਹੈਗੇ ਆ। ਇਹਦੇ ਵਿੱਚ ਯਾਨੀ ਕਿ ਤੁਸੀਂ ਆਪਣਾ ਨੁਕਸਾਨ ਕਰਾ ਰਹੇ ਹੋ। ਫਿਰ ਉਸ ਤੋਂ ਬਾਅਦ ਜੇ ਤੁਸੀਂ ਗੰਗਾ ਜਾਂਦੇ ਆ, ਉੱਥੇ ਪੰਡਤਾਂ ਕੋਲ ਛਿੱਲ ਹੋਣੇ ਹੈਗੇ ਆ, ਜਿਹਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਕਿਸੇ ਦੇ ਅਕੀਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ। ਤੁਸੀਂ ਮੇਰੇ ਤੋਂ ਮੇਰੀ ਆਪਣੀ ਗੱਲ ਪੁੱਛੀ, ਮੈਂ ਤੁਹਾਨੂੰ ਦੱਸਿਆ ਹੈਗਾ। ਮੈਂ ਨਹੀਂ ਚਾਹੁੰਦਾ ਮੇਰੀ ਕੋਈ ਵੀ ਧਾਰਮਿਕ ਰਸਮ ਕੀਤੀ ਜਾਵੇ। ਸਿਰਫ ਮੇਰੇ ਮਰਨ ਤੋਂ ਬਾਅਦ ਜਿਹੜਾ ਹੈਗਾ ਮੇਰੇ ਯਾਨੀ ਕਿਹੜਾ ਹੈਗਾ ਉਹਦੀ ਸੈਲੀਬ੍ਰੇਸ਼ਨ ਕੀਤੀ ਜਾਵੇ ਵੀ ਮੇਰੇ ਵਿੱਚ ਕੀ ਕੋਈ ਗੁਣ ਸੀਗਾ ਜਾਂ ਉਹਨਾਂ ਤੋਂ ਕੁਝ ਸਿੱਖਿਆ ਜਾ ਸਕਦਾ ਹੈ ਕਿ ਜਾਂ ਮੇਰੀ ਲਾਈਫ ਔਨ ਦੀ ਹੋਲ ਕੀ ਸੀਗੀ। ਹਾਂਜੀ ਕੋਈ ਨਹੀਂ। ਹੈਲੋ ਜੀ, ਕੌਣ ਤੇ ਕਿੱਥੋਂ ਦਾ ਸਵਾਲ ਤੁਹਾਡਾ ਜੀ? ਜੈ ਭੀਮ, ਜੈ ਭਾਰਤ ਜੀ। ਜੈ ਭੀਮ, ਜੈ ਭਾਰਤ ਜੀ। ਦੇਖੋ ਜੀ, ਇਹ ਜਿਹੜਾ ਮਰਨਾ ਇਹ ਸੱਚ ਆ ਜੀ। ਤੇ ਪੰਡਤ ਜਿਹੜੇ ਟੀਵੀ ਲਾਉਂਦੇ ਨਾ ਕਿ ਵਿਆਹਾਂ ਦੇ ਇਹ ਉਹ, ਤੇ ਜਦੋਂ ਜੰਮਦਾ ਬੱਚਾ ਉਦੋਂ ਨਹੀਂ ਇਹ ਟੀਵਾ ਲਾ ਸਕਦੇ, ਜਦੋਂ ਮਰਨਾ ਉਦੋਂ ਨਹੀਂ ਦੱਸ ਸਕਦੇ। ਤੇ ਜਦੋਂ ਬੰਦਾ ਇਨਸਾਨ ਹੈ ਤਾਂ 5 ਤੱਤ ਦਾ ਬਣਿਆ ਹੈਗਾ, ਅੱਗ ਪਾਣੀ ਮਿੱਟੀ ਹਵਾ। ਜਦੋਂ ਬੰਦੇ ਦੀ ਡੈਥ ਹੋ ਜਾਂਦੀ ਆ, ਹਰੇਕ ਤੱਤ ਜਿਹੜਾ ਆਪਣੇ ਤੱਤਾਂ ਦੇ ਵਿੱਚ ਜਾ ਮਿਲਦਾ ਹੈਗਾ। ਤੇ ਬਾਕੀ ਤਾਂ ਜਿਹੜੀ ਅਸੀਂ ਰਸਮ ਰਿਵਾਜ ਕਰਦੇ ਹਾਂ ਉਹ ਤਾਂ ਸਿਰਫ ਇੱਕ ਕਿਸਮ ਦੀ ਭੇਡ ਚਾਲ ਆ। ਕਿਉਂਕਿ ਕਈ ਆਦਮੀ ਇੱਥੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਉਹ ਕਹਿੰਦੇ ਜੀ ਇਹ ਗੰਗਾ
ਜਾ ਕੇ ਤੇ ਇਤਿਹਾਸ ਪਾਓ। ਤੇ ਉਹ ਹੁਣ ਜਿੱਦਾਂ ਆਪਣੇ ਡਾਕਟਰ ਸਾਹਿਬ ਨੇ ਗੱਲ ਕੀਤੀ ਹੈਗੀ ਆ ਵੀ ਉਹ ਕਹਿੰਦੇ ਆ ਵੀ ਬਾਪੂ ਆ ਚੱਲੀਏ ਤੇ ਇਹਦਾ ਵੀ 에ਅਰਪਲੇਨ ਦਾ ਟਿਕਟ ਨਹੀਂ ਲੈਂਦੇ ਕਿਉਂਕਿ ਉਹ ਮਹਿੰਗਾ ਪੈਂਦਾ, ਤੇ ਇਸ ਕਰਕੇ ਬਾਪੂ ਵਿਚਾਰਾ ਉਹ ਉਦਾਂ ਹੀ ਪਤਾ ਨਹੀਂ ਲਪੇਟ ਕੇ ਲੈ ਜਾਂਦੇ ਹੈਗੇ ਆ। ਤੇ ਉੱਥੇ ਜਾ ਕੇ ਕਿਤੇ ਨਾ ਇੰਡੀਆ 'ਚ ਜਾ ਕੇ ਉੱਥੇ ਟੈਂਪੂ ਦਾ ਟਿਕਟ ਲੈ ਲੈਣਗੇ ਜਾਂ ਹੋਰ ਕੁਝ। ਇਹ ਸਿਰਫ ਦਿਖਾਵਾ ਹੈਗਾ ਆ। ਦੇਖੋ ਜਿਹੜੇ ਇਨਸਾਨ ਦੇ ਵਿੱਚ ਗੁਣ ਹੁੰਦੇ ਆ ਨਾ ਉਹਨਾਂ ਦੀ ਲੋਕ ਮਾਨਤਾ ਕਰਦੇ ਹੈਗੇ, ਉਹਨਾਂ ਨੂੰ ਲੋਕ ਜਾਣ ਰੱਖਦੇ ਆ। ਤਥਾਗਤ ਭਗਵਾਨ ਬੁੱਧ ਉਹਨਾਂ ਨੂੰ ਦੇਖੋ 2500 ਸਾਲ ਤੋਂ ਉੱਤੇ ਹੋ ਗਿਆ, ਅੱਜ ਉਹ ਲੋਕ ਉਹਨਾਂ ਨੂੰ ਜਾਣਦੇ, ਉਹਨਾਂ ਨੂੰ ਗੁਣਾਂ ਨੂੰ ਜਾਣਦੇ ਹੈਗੇ ਆ। ਜਿਸ ਇਨਸਾਨ 'ਚ ਗੁਣ ਆ ਨਾ ਉਹ ਹਮੇਸ਼ਾ ਹੀ ਜਿੰਦਾ ਰਹਿੰਦਾ ਆ। ਤੇ ਇਸ ਕਰਕੇ ਸੱਚਾਈ ਦੇ ਵਿੱਚ ਆਦਮੀ ਨੂੰ ਆਪਣੇ ਤੇ ਕਿਸੇ ਦੇ ਨਾਲ ਹੇਰਾ ਫੇਰੀ ਨਾ ਕਰੋ ਤਾਂ ਕਿ ਦੂਸਰੇ ਬਾਅਦ ਵਿੱਚ ਤੁਹਾਨੂੰ ਇਹ ਨਾ ਕਹਿਣ ਕਿ ਚੰਗਾ ਹੋਇਆ ਜੀ ਇਹ ਚਲਾ ਗਿਆ ਹੈਗਾ, ਤੇ ਮੂੰਹ ਪਿੱਛੇ ਤਾਂ ਕੁਝ ਹੋਰ ਕਹਿਣਗੇ, ਪਿੱਠ ਪਿੱਛੇ ਜਿਹੜਾ ਬੰਦਾ ਉੱਦਾਂ ਦਾ ਹੁੰਦਾ ਉਹਨੂੰ ਇਹੀ ਕਹਿਣਗੇ ਚੰਗਾ ਹੋਇਆ ਚਲਾ ਗਿਆ। ਤੇ ਇਸ ਕਰਕੇ ਹਰ ਇੱਕ ਇਨਸਾਨ ਨੂੰ ਉਹ ਕਿਸੇ ਨੇ ਕਿਹਾ ਕਿ ਵੀ ਚੰਗਾ ਕੰਮ ਕਿਹੜੇ ਵੇਲੇ ਕਰਨਾ ਚਾਹੀਦਾ, ਤਾਂ ਦੂਸਰਾ ਕਹਿੰਦਾ ਜੀ ਮਰਨ ਤੋਂ ਇੱਕ ਦਿਨ ਪਹਿਲਾਂ। ਤੇ ਹੁਣ ਮਰਨ ਤੋਂ ਇੱਕ ਦਿਨ ਪਹਿਲਾਂ ਤਾਂ ਪਤਾ ਨਹੀਂ ਕਿਸੇ ਨੂੰ ਕਿਹੜੇ ਵੇਲੇ ਆਦਮੀ ਨੇ ਚਲੇ ਜਾਣਾ। ਤੇ ਇਸ ਕਰਕੇ ਰੋਜ਼ ਹੀ ਆਦਮੀ ਦੀ ਨੇਕੀ ਦਾ ਭਲਾਈ ਦਾ ਕੰਮ ਕਰੇ, ਕਿਸੇ ਦੇ ਨਾਲ ਹੇਰਾ ਫੇਰੀ ਨਾ ਕਰੇ। ਮਰ ਜਾਣਾ ਸੱਚ ਹੈ। ਤੇ ਦੂਸਰੀ ਬਾਅਦ ਵਿੱਚ ਜਿਹੜੇ ਉਹਦੇ ਅਖੰਡ ਪਾਠ ਜਾਂ ਹੋਰ ਕੁਛ ਇੱਦਾਂ ਦੀਆਂ ਰਸਮੋ ਰਿਵਾਜ ਕਰਦੇ ਉਹ ਤਾਂ ਸਿਰਫ ਇੱਕ ਬੇਫਜ਼ੂਲ ਗੱਲਾਂ ਹੈਗੀਆਂ। ਉਹ ਜਿੰਨੀ ਉਹਦੀ ਮਤਲਬ ਸੇਵਾ ਤੁਸੀਂ ਕਰ ਸਕਦੇ ਆ ਪਹਿਲਾਂ ਇਨਸਾਨ ਜਦੋਂ ਬੁਢਾਪੇ 'ਚ ਆ ਜਾਂਦਾ ਉਹੀ ਉਹਦੇ ਲਈ ਠੀਕ ਹੈ। ਤੇ ਬਾਕੀ ਤਾਂ ਤੁਸੀਂ ਆਪ ਹੀ ਜਾਣਦੇ, ਤੁਹਾਨੂੰ ਦੱਸਣ ਤਾਂ ਕਿਹੜੀ ਜ਼ਰੂਰ ਕੋਈ ਹੈ ਨਹੀਂ। ਜੋ ਮਰਜ਼ੀ ਬਾਅਦ ਵਿੱਚ ਕਰੀ ਜਾਓ ਕਿਸੇ ਨੂੰ ਕੁਛ ਨਹੀਂ ਮਤਲਬ ਉਹਦੇ ਵਿੱਚੋਂ ਹਾਸਲ ਹੋਣ ਵਾਲਾ ਨਹੀਂ ਹੈਗਾ। ਇੱਕ ਇੱਥੇ ਇਨਸਾਨ ਸੀਗਾ, ਉਹ ਮੇਰਾ ਫਰੈਂਡ ਹੀ ਸੀਗਾ, ਉਹਦੇ ਡੈਡੀ ਦੀ ਡੈਥ ਹੋ ਗਈ ਇੰਡੀਆ ਦੇ ਵਿੱਚ। ਉਹਨੂੰ ਕਿਸੇ ਨੇ ਕਿਹਾ ਕਿ ਗੰਗਾ ਜਾ ਕੇ ਇਹਦੇ ਅਸਤ ਤਾਰੋ, ਤਾਂ ਉਹ ਗੰਗਾ ਲੈ ਕੇ ਚਲੇ ਗਿਆ। ਤਾਂ ਪੰਡਤ ਕਹਿੰਦਾ ਜੀ ਇੱਥੇ ਮੇਰੇ ਡੈਡੀ ਦਾ, ਉਹ ਕਹਿੰਦਾ ਸਾਡੇ ਕੋਲ ਨਹੀਂ, ਉਹ ਦੂਸਰੇ ਗੰਗਾ ਰਾਮ ਆ ਤੁਹਾਡਾ ਪੰਡਤ, ਉਹਦੇ ਕੋਲ ਚਲੇ ਜਾਓ। ਉੱਥੇ ਤਾਂ ਸਾਡੇ ਪੰਡਤ ਵੀ ਵੰਡੇ ਹੋਏ ਆ। ਉਹ ਪੰਡਤ ਕੋਲ ਜਾ ਕੇ ਕਹਿਣ ਲੱਗਾ ਪੰਡਿਤ ਜੀ ਆ ਸਾਡੇ ਡੈਡੀ ਦੀ ਡੈਥ ਹੋ ਗਈ ਆ, ਹੁਣ ਬਸ ਪੱਤਰੀ ਕੱਢ ਲਈ, ਸਾਰੇ ਬੁੜਿਆਂ ਦੇ ਨਾਂ ਲਿਖਾਤੇ। ਉਹ ਕਹਿਣ ਲੱਗਾ ਗਾਹਾਂ, ਕਹਿੰਦਾ ਪਹਿਲਾਂ ਤੂੰ ਇਹ ਮੇਰੇ ਨਾਲ ਹਿਸਾਬ ਕਿਤਾਬ ਗੱਲ ਆਪਣੀ ਲੰਬੀ ਹੋ ਗਈ ਮਾਨ ਸਾਹਿਬ, ਗੱਲ ਸੁਣੀਏ ਇੱਕ ਮਿੰਟ। ਤੇ ਕਹਿੰਦਾ ਵੀ ਮੇਰੇ ਨਾਲ ਹਿਸਾਬ ਕਿਤਾਬ ਕਰ ਲਾ। ਉਹਨੇ ਕਹਿੰਦਾ ਮੰਜੀ ਦਾ ਇੱਕ, ਦੂਸਰੇ ਦਾ ਇੱਕ, ਆ ਇੰਨੇ ਦਾ, ਔਰ ਕਹਿੰਦਾ 5000 ਰੁਪਏ ਦਾ ਮੇਰਾ ਬਿੱਲ ਬਣਾ ਕੇ ਰੱਖ ਦਿੱਤਾ। ਤੇ ਉਹ ਕਹਿੰਦਾ ਕਿ ਮਤਲਬ ਆ ਲੈ ਮੈਂ ਧਾਰ ਦਿੱਤੇ, ਬਾਕੀ ਜੋ ਕੁਛ ਜਿਹੜੀ ਸਾਡੀ ਪੱਤਰੀ ਹੈ ਨਾ ਇਹ ਤੇ ਕਾਂਟਾ ਮਾਰ ਦੇ, ਕਿਉਂਕਿ ਇੱਥੇ ਕੁਛ ਨਹੀਂ ਹੈਗਾ। ਬਾਕੀ ਸੌਰੀ ਟਾਈਮ ਲੰਬਾ ਹੋਣ ਦਾ ਮੈਂ ਮਾਫੀ ਮੰਗਦਾ। ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ ਭਾਰਤ ਜੀ। ਬਹੁਤ ਬਹੁਤ ਵਧੀਆ ਮਾਨ ਸਾਹਿਬ ਲੰਡਨ ਤੋਂ। ਜੋ ਮੈਂ ਪੜ੍ਹਿਆ, ਜੋ ਲਿਖਿਆ ਉਹ ਇਹ ਆ ਕਿ ਜੇ ਅਗਰ ਤੁਸੀਂ ਅਸਤੀਆਂ ਤਾਰਨੀਆਂ ਵੀ ਆ, ਕਹਿੰਦੇ ਪਾਣੀ ਸਾਫ਼ ਹੋਵੇ, ਚੱਲਦਾ ਹੋਵੇ, ਇਹ ਡੋਂਟ ਹੈਵ ਟੂ ਬੀ ਗੰਗਾ ਜਾਂ ਕੀਰਤਪੁਰ ਜਾਂ ਕਿਤੇ ਹੋਰ, ਤੇ ਜੇ ਉਸ ਸਾਫ਼ ਪਾਣੀ ਨੂੰ ਗੰਦਾ ਕਰਨਾ ਚਾਹੀਦਾ। ਬਲ ਇਹ ਲਿਖਿਆ ਇਹ ਆ ਮੈਂ ਜੋ ਪੜ੍ਹਿਆ, ਜੋ ਕਹਿੰਦੇ ਜੇ ਤਾਰਨੀ ਜ਼ਰੂਰੀ ਸਮਝਦੇ ਤਾਂ ਫਿਰ ਉਹਨੂੰ ਸਾਫ਼ ਪਾਣੀ ਨੂੰ ਵੀ ਗੰਦਾ ਕਰ ਦਿਓ, ਉੱਥੇ ਤੁਸੀਂ ਤਾਰ ਦਿਓ। ਤੇ ਹੁਣ ਖਲਾਅ ਦਾ ਤਾਂ ਮੈਂ ਕੋਈ ਨਹੀਂ ਦੇਖਿਆ, ਤੁਸੀਂ ਪਹਿਲੇ ਬੰਦੇ ਨੂੰ ਸੁਣਿਆ ਕਹਿੰਦੇ ਵੀ ਤੁਸੀਂ ਉਹਨੂੰ ਮਤਲਬ ਹਵਾ 'ਚ ਬਹਾ ਦਿਓ। ਕੋਈ ਗੱਲ ਤਰਕ ਦੀ ਆ, ਬਿਲਕੁਲ ਤਰਕ ਦੀ ਗੱਲ ਕਰ ਰਿਹਾ ਸੀ। ਜਿਹੜੀ ਗੱਲ ਦੀ ਸੋਚ ਹੈਗੀ ਆ, ਹੁਣ ਪਹਿਲੇ ਆਪਣੇ ਕੋਲ ਉਹ ਕਹਿੰਦੇ ਸੀ ਵੀ ਆਪਾਂ ਗੰਗਾ ਜਾਂ ਕੀਰਤਪੁਰ, ਉਹ ਜਿਹੜੇ ਸੱਜਣ ਆਏ ਉਹਨਾਂ ਨੇ ਕਿਹਾ ਵੀ ਮੈਂ ਤਾਂ ਮੇਰੇ ਨਾਲ ਨਦੀ ਥੋੜ੍ਹੀ ਚੱਲਦੀ ਉੱਥੇ ਉਤਾਰਿਆ, ਐਂਡ ਹੀ ਇਜ਼ ਹੈਪੀ। ਪਰ ਗੱਲ ਜਿਹੜੀ ਇਹ ਹੈਗੀ ਆ ਕਿ ਸਾਨੂੰ ਥੋੜ੍ਹਾ ਜਿਹਾ ਵਿਚਾਰ ਕੇ ਚੱਲਣਾ ਚਾਹੀਦਾ। ਹਾਂਜੀ, ਹੈਲੋ ਜੀ, ਕੌਣ ਤੋਂ ਕਿੱਥੋਂ? ਹੈਲੋ, ਜੈ ਗੁਰਦੇਵ, ਜੈ ਭੀਮ ਜੀ। ਜੈ ਭੀਮ ਜੈ ਗੁਰਦੇਵ ਜੀ। ਕੌਣ ਤੋਂ ਕਿੱਥੋਂ ਬੋਲਦੇ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਸਤਿਆਰਥ ਤੋਂ ਬੋਲਦੀ, ਵੁਲਵਰਹੈਂਪਟਨ ਤੋਂ। ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਥੈਂਕ ਯੂ। ਤੇ ਮੈਂ ਕਿਹਾ ਮੈਂ ਵੀ ਸਾਂਝ ਪਾਵਾਂ ਤੁਹਾਡੇ ਨਾਲ ਜੀ। ਕਿਉਂ ਜਿਹੜਾ ਬੰਦਾ ਚਲੇ ਜਾਂਦਾ ਇਨਸਾਨ ਤੇ ਉਹਦੇ ਮਗਰੋਂ ਤਾਂ ਜੋ ਮਰਜ਼ੀ ਕਰੀ ਜਾ, ਉਹਨਾਂ ਨੂੰ ਕਿਹੜਾ ਪਤਾ ਲੱਗਣਾ ਜੀ। ਮੇਰਾ ਵੀ ਹਸਬੈਂਡ ਗਿਆ, ਆਪਾਂ ਬੁੱਧ ਧਰਮ ਦੇ ਹਿਸਾਬ ਨਾਲ ਚੱਲੇ ਆ, ਕੋਈ ਏਦਾਂ ਦੇ ਕੰਮ ਨਹੀਂ ਕੀਤੇ। ਠੀਕ ਆ। ਤੇ ਉਹ ਸੇਵਾ ਕਹਿੰਦੇ ਕਰ ਲਓ ਜੀਂਦਿਆਂ ਦੀ, ਮਰੇ ਉਹਨੂੰ ਕਿਹਨੇ ਦੇਖਣਾ। ਤੇ ਮੈਂ ਥੋੜੀ ਜਿਹੀ ਤੁਹਾਨੂੰ ਲਾਈਨਾਂ ਸੁਣਾਉਂਦੀ ਆ। ਸੇਵਾ ਕਰੋ ਜਿਉਂਦਿਆਂ ਦੀ, ਆਪਾਂ ਛੱਡੀਏ ਬਾਪੂ ਦਾ ਇਕੱਠ ਕਰਨਾ। ਠੀਕ। ਸੇਵਾ ਕਰੋ ਜੀਂਦਿਆਂ ਦੀ, ਆਪਾਂ ਛੱਡੀਏ ਬਾਪੂ ਦਾ ਇਕੱਠ ਕਰਨਾ। ਮੈਂ ਵੀ ਇੱਕ ਬਾਪੂ ਵੇਖਿਆ ਜਿਹਦੇ ਮਰੇ ਨੂੰ ਹੋਇਆ ਦਿਨ ਤੀਜਾ, ਚੂਹਿਆਂ ਨੇ ਉਹਦੇ ਪੈਰ ਚੱਬ ਲਏ, ਲਾਗੇ ਆਇਆ ਕੋਈ ਪੁੱਤ ਨਾ ਭਤੀਜਾ। ਸੈਂਕੜੋ ਬਾਪੂ ਨੂੰ ਸੈਂਤ ਕੇ ਹੋਕਾ ਦੇਤਾ, ਚਰਾਹੇ ਵਿੱਚ ਖੜ ਕੇ। ਲੋਕੋ ਤੁਸੀਂ 16ਵੇਂ ਦਿਨ ਨੂੰ ਸਾਰੇ ਆ ਜਾਇਓ, ਘਟਾ ਵਾਂਗ ਚੜ ਕੇ। ਖਾਣ ਨੂੰ ਜਲੇਬੀ ਮਿਲੂ, ਹਾੜਾ ਪੀ ਕੇ ਖੱਟੇ ਦਾ ਘੁੱਟ ਭਰਨਾ। ਲਾਣਤ
ਰਿਵਾਜਾਂ ਦੇ, ਆਪਾਂ ਛੱਡੀਏ ਬਾਪੂ ਦਾ ਇਕੱਠ ਕਰਨਾ। ਸੇਵਾ ਕਰੋ ਜੀਉਂਦਿਆਂ ਦੀ, ਆਪਾਂ ਛੱਡੀਏ ਬਾਪੂ ਦਾ ਇਕੱਠ ਕਰਨਾ। ਕੁਆਂਟਲ ਦੁੱਧ ਚਾਹੀਦਾ, ਨਾਲੇ ਬਾਪੂ ਨੂੰ ਚਾਹੀਦਾ ਭਰਨਾ। ਕਿਉਂ ਜਦੋਂ ਮਰ ਜਾਂਦਾ ਸਾਹਿਬ ਤਾਂ ਫਿਰ ਉਹ ਦੱਸਦਾ ਆ ਵੀ ਤੁਸੀਂ ਆਹ ਕੁਛ ਲੈ ਕੇ ਆ ਜਾਇਓ। ਠੀਕ। ਲਾਣ ਤੇ ਸਰਵਾਜਾਂ ਦੇ, ਆਪਾਂ ਛੱਡੀਏ ਬਾਪੂ ਦਾ ਇਕੱਠ ਕਰਨਾ। ਮੈਂ ਛੋਟੀ ਜਿਹੀ ਕਵਿਤਾ, ਵੱਡੀ ਆ ਪਰ ਮੈਂ ਛੋਟੀ ਜਿਹੀ ਪੜ੍ਹਦੀ, ਟਾਈਮ ਬਾਕੀ ਦਿਆਂ ਨੂੰ ਵੀ ਦੇਣਾ ਚਾਹੀਦਾ। ਥੈਂਕ ਯੂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਟਾਈਮ ਦੇਣ ਦਾ। ਹਾਂਜੀ, ਤੇ ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਆ ਚੱਲਦਾ, ਚੰਗਾ ਲੱਗਾ ਤੇ ਮੈਂ ਕਿਹਾ ਚਲੋ ਅਸੀਂ ਵੀ 2 ਲਾਈਨਾਂ ਪੜ੍ਹ ਦਿੰਦੇ ਹਾਂ। ਥੈਂਕ ਯੂ। ਓਕੇ ਜੀ, ਥੈਂਕ ਤੁਸੀਂ ਯੂ। ਹਿੱਸਾ ਲਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਜਿਹੜੀ ਆਸਥਾ ਇਹ ਤਾਂ ਹੋ ਗਏ, ਨਹੀਂ ਪੈਣੇ ਚਾਹੀਦੇ ਵੀ ਕੋਈ ਹੋਰ ਤਰੀਕਾ ਚੁਣਨਾ ਚਾਹੀਦਾ ਜਿਹੜਾ ਤਰਕਵਾਦੀ ਤਰੀਕਾ ਹੋਵੇ, ਜਿਹਦੀ ਸੈਂਸ ਬਣਦੀ ਹੋਵੇ, ਕਿਉਂਕਿ ਹੁਣ ਜਿਹੜਾ ਜ਼ਮਾਨਾ ਉਹ ਧਾਰਮਿਕ ਜ਼ਮਾਨਾ ਨਹੀਂ ਰਹਿ ਗਿਆ। ਬਿਲਕੁਲ। ਲੋਕ ਪੜ੍ਹ ਲਿਖ ਗਏ ਜਾਂ ਲਿਖਦੇ ਹੈਗੇ ਆ, ਲੋਕ ਅਗਾਂਹ ਵਧੂ ਸੋਚ ਸਕਦੇ ਬਈ ਇਹ ਤਾਂ ਸੱਚ ਆ ਕਿ ਇਨਸਾਨ ਆਇਆ, ਇਹਨੇ ਚਲੇ ਜਾਣਾ ਇੱਕਦਮ। ਉਹ ਜਿਹੜੀਆਂ ਰੀਤਾਂ ਹੈਗੀਆਂ ਅਸੀਂ ਉਹੋ ਹੀ ਕਰੀ ਜਾਣਾ ਜਿਹੜੀਆਂ ਜਦੋਂ ਕੋਈ ਪੜ੍ਹਿਆ ਨਹੀਂ ਸੀ ਉਦੋਂ ਚੱਲਦੀਆਂ ਸੀ। ਹੁਣ ਉਹ ਹੋਣ ਦੇ ਟਾਈਮ ਨਾਲ, ਹੁਣ ਦੀ ਸੋਚ ਦੇ ਨਾਲ ਉਹ ਮੈਚ ਨਹੀਂ ਕਰਦੀਆਂ। ਇਸ ਕਰਕੇ ਜਿਉਂ ਇਨਸਾਨ ਨੂੰ ਅਕਲਮੰਦ ਹੋਣ ਲਈ ਤਬਦੀਲੀ ਦੀ ਲੋੜ ਆ, ਪੜ੍ਹਾਈ ਦੀ ਲੋੜ ਆ, ਇੱਦਾਂ ਹੀ ਰਸਮਾਂ ਰਿਵਾਜਾਂ ਵਿੱਚ ਵੀ ਤਬਦੀਲੀ ਦੀ ਲੋੜ ਆ, ਟਾਈਮ ਟੂ ਟਾਈਮ। ਹੁਣ ਆਪਾਂ ਗੱਲ ਇਹ ਕਰਦੇ ਹਾਂ ਕਿ ਬਈ ਜਿਹੜਾ ਇਕੱਠ ਆ, ਸਿੱਖ ਹੋਰ ਤਰ੍ਹਾਂ ਕਰਦੇ ਆ, ਕੋਈ 16 ਕਰਦਾ, ਉਹ 16 ਦਿਨ ਬਾਅਦ 'ਚ ਕਰਦੇ ਆ, ਜਾਣੀ ਆਪਾਂ ਆਪਣੀ ਰਸਮ ਚੱਲੀਏ। ਉੱਥੇ ਜੋ ਅਸੀਂ ਜਲੂਸ ਕੱਢਦੇ ਹਾਂ ਮਰਨ ਵਾਲੇ ਦਾ, ਉੱਥੇ ਜਿਨ੍ਹਾਂ ਦਾ ਜੀ ਗਿਆ ਹੁੰਦਾ ਉਹਨਾਂ ਦੀ ਘੱਟ ਸੁਣੀ ਜਾਂਦੀ ਆ। ਐਬਸੋਲੂਟਲੀ। ਤਾਂ ਉੱਥੇ ਵੱਡੇ ਵੱਡੇ ਲਾਊਡ ਸਪੀਕਰ ਲਾ ਕੇ ਆਪਣੀਆਂ ਸਪੀਚਾਂ ਵਾਲੀਆਂ ਕੀਤੀਆਂ ਜਾਂਦੀਆਂ, ਜਾਂ ਜਲੇਬੀਆਂ ਵਾਲੇ। ਕਿਉਂਕਿ ਜਿਹੜੇ ਤੁਸੀਂ ਨਾਲ ਲੈ ਕੇ ਆਉਂਦੇ ਆ, ਬਹੁਤ ਵਾਰੀ ਹੁੰਦਾ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਤੂੰ ਕਿੱਥੇ ਚੱਲੇ ਆ। ਕਿਉਂਕਿ ਤੁਸੀਂ ਜਾਣਾ, ਮੈਂ ਵੀ ਕਹਿਣਾ ਵੀ ਮੇਰੀ ਤੁਹਾਡੇ ਭਾਈਬੰਦੀ ਹੈਗੀ ਆ, ਜਾਣ ਪਛਾਣ ਹੈਗੀ ਆ, ਚਲੋ ਤੇਰੇ ਗਾਹਾਂ ਹੋਇਆ ਤਾਂ ਮੈਂ ਵੀ ਨਾਲ ਜਾਵਾਂ। ਮੈਂ ਉਹ ਫਿਰ ਜਾਣੀ ਇਹ ਜਿਹਾ ਰਿਸ਼ਮ ਹੈ, ਇਹ ਆਪਕੋ ਆਪਣੇ ਕੋਲ ਮਿੰਟ ਵੀ ਦੱਸ ਕੇ ਰਹਿ ਗਿਆ। ਹਾਂਜੀ। ਤੇ ਆਪਾਂ ਗੱਲਾਂ 1-2 ਕਵਰ ਕਰਨੀਆਂ। ਬਿਲਕੁਲ ਬਿਲਕੁਲ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇੱਕ ਤਾਂ ਜਿਸ ਤਰ੍ਹਾਂ ਤੁਸੀਂ ਕਿਉਂਕਿ ਮੇਰੇ ਤੋਂ ਪੁੱਛਿਆ ਸੀਗਾ, ਪਹਿਲਾਂ ਤਾਂ ਇਹ ਹੈ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਆਸਥਾ ਬਾਰੇ ਗੱਲ। ਦੂਸਰਾ ਲੈ ਮੈਂ ਚਾਹੁੰਦਾ ਮੇਰੀ ਜਿਹੜੀ ਬੋਡੀ ਦੇ ਅੰਗ ਹੈਗੇ ਜਿਹੜੇ ਸੂਟੇਬਲ ਹੋਣ, ਦੇ ਸ਼ੁੱਡ ਬੀ ਡੋਨੇਟਡ, ਆਰਗਨਸ ਡੋਨੇਸ਼ਨ ਯਾਨੀ ਹੋਣੀ ਚਾਹੀਦੀ ਆ। ਤੀਸਰਾ ਕੋਈ ਕੱਟ ਕੁੱਟ ਨਹੀਂ ਹੋਣਾ ਚਾਹੀਦਾ। ਉਸੇ ਦਿਨ ਯਾਨੀ ਕਿਹੜਾ ਹੈਗਾ ਇੱਕ ਮੀਟਿੰਗ ਹੋਵੇ, ਉੱਥੇ ਯਾਨੀ ਕਿ ਮੀਟਿੰਗ ਦੇ ਵਿੱਚ ਯਾਨੀ ਕਿ ਮੇਰੀ ਬੋਡੀ ਨੂੰ ਯਾਨੀ ਕਿ ਮੇਰੇ ਜੀਵਨ ਨੂੰ ਸੈਲੀਬ੍ਰੇਟ ਕੀਤਾ ਜਾਵੇ। ਜੋ ਯਾਨੀ ਕਿ ਮੈਂ ਲਿਖਦਾ ਹੈ ਕਿਤਾਬਾਂ ਸਮਾਂ ਲੋਕਾਂ ਨੂੰ ਪੜ੍ਹਨੀਆਂ ਜਾਣ ਵੀ ਦਿਸ ਇਜ਼ ਵਾਟ ਹੀ ਹੈਜ਼ ਡਨ, ਯਾਨੀ ਕਿ ਜਸਟ ਟੂ ਸਪਰੈਡ ਦ ਵਰਡ। ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ? ਹੈਲੋ ਸਾਥੀਓ, ਮੈਂ ਸਚਦੇਵ ਬੋਲਦਾ, ਡਾਕਟਰ ਸਾਹਿਬ ਤੇ ਮਹੇਸ਼ ਸਾਹਿਬ। ਹਾਂਜੀ ਸਚਦੇਵ ਜੀ, ਧੰਨਵਾਦ ਤੁਹਾਡਾ। ਮਤਲਬ ਪ੍ਰੋਗਰਾਮ ਬੜਾ ਸੈਂਸਿਟਿਵ ਆ ਤੇ ਮੇਰੇ ਖਿਆਲ ਕਾਫੀ ਲੋਕਾਂ ਦੇ ਦਿਮਾਗ ਵਿੱਚ ਇਹਨਾਂ ਗੱਲਾਂ ਨੂੰ ਸੁਣ ਕੇ ਸਹਿਮ ਤੇ ਨੌਲੇਜ ਦੋਨੇ ਹੀ ਨਾਲ ਚੱਲਣਗੇ। ਤੇ ਮੈਂ ਸਮਝਦਾ ਬਈ ਮਤਲਬ ਇਹ ਵਧੀਆ ਪ੍ਰੋਗਰਾਮ ਆ ਸਾਡੇ ਹਿਸਾਬ ਨਾਲ, ਕਿਉਂਕਿ ਲੋਕਾਂ ਨੂੰ ਅੱਜ ਦੇ ਸਮੇਂ ਦੇ ਹਾਣ ਦੇ ਹੋਣ ਦੀ ਲੋੜ ਹੈ ਕਿ ਜਿਹੜੀਆਂ ਬੇਲੋੜੀਆਂ ਰਸਮਾਂ ਹੈਗੀਆਂ, ਜਿਨ੍ਹਾਂ ਦਾ ਮਤਲਬ ਮਰਨ ਵਾਲੇ ਨੂੰ ਕੋਈ ਫਾਇਦਾ ਨਹੀਂ ਹੁੰਦਾ, ਈਵਨ ਪਰਿਵਾਰ ਨੂੰ ਵੀ ਨਹੀਂ ਹੁੰਦਾ, ਤੇ ਜਿਹੜੇ ਉਹ ਲੁੱਟਣ ਪੁੱਟਣ ਵਾਲੇ ਹੁੰਦੇ ਨੇ, ਉਹਨਾਂ ਨੇ ਇਸ ਤਰ੍ਹਾਂ ਕੀਤਾ ਹੋਇਆ ਹੈਗਾ। ਮੈਂ ਇਹ ਸਮਝਦਾ ਕਿ ਮਨੁੱਖ ਦੀ ਜੀਂਦੇ ਜੀ ਕਦਰ ਹੋਣੀ ਚਾਹੀਦੀ ਹੈ, ਜਿਵੇਂ ਡਾਕਟਰ ਹੁਣੀ ਕਹਿ ਕੇ ਹਟੇ ਹੈਗੇ ਆ। ਤੇ ਜਿਹੜਾ ਮਤਲਬ ਫਿਊਨਰਲ ਹੈਗਾ ਆ, ਇਹਦੇ ਤੇ ਕੁਛ ਇੱਕ ਚੀਜ਼ਾਂ ਜਿਹੜੀਆਂ ਲੋਕ ਪਹਿਲਾਂ ਕਰਦੇ ਸੀਗੇ ਜੀ, ਜਿਵੇਂ ਘੜਾ ਭੰਨਣਾ ਜਾਂ ਬਾਅਦ ਵਿੱਚ ਉਹ ਬੋਡੀ ਦੇ ਸਿਰ 'ਚ ਉਹ ਬਾਂਸ ਮਾਰਨਾ ਜਾਂ ਇਉਂ ਕਰਨਾ, ਇਹ ਸਾਰਾ ਕੁਝ ਮੈਂ ਸਮਝਦਾ ਉਸ ਸਮੇਂ ਦੀਆਂ ਗੱਲਾਂ ਹੈਗੀਆਂ ਸੀ, ਜਦੋਂ ਮਨੁੱਖ ਕੋਲ ਇੰਨਾ ਨੌਲੇਜ ਨਹੀਂ ਸੀ ਕਿ ਬੰਦਾ ਸੱਚਿਓਂ ਮਤਲਬ ਉਹਦੀ ਡੈਥ ਹੋ ਗਈ ਆ ਜਾਂ ਨਹੀਂ ਹੋ ਗਈ ਹੈਗੀ ਆ। ਅੱਜ ਸਾਨੂੰ ਪਤਾ ਲੱਗ ਗਿਆ ਮੈਡੀਕਲ ਸਾਇੰਸ ਦੇ ਜ਼ਰੀਏ ਕਿ ਬੰਦਾ ਜਿਹੜਾ ਹੈ ਉਹ ਆਲਰੇਡੀ ਮਤਲਬ ਉਹਦੀ ਡੈਥ ਹੋ ਗਈ ਆ ਜਾਂ ਨਹੀਂ। ਇਸ ਕਰਕੇ ਉਹ ਰਸਮਾਂ ਅੱਜ ਬੇਲੋੜੀਆਂ ਹੋ ਗਈਆਂ। ਬਾਕੀ ਰਹੀ ਗੱਲ ਵੀ ਉਹਨਾਂ ਦੇ ਅਰਥ ਕਿੱਥੇ ਪਾਉਣੇ ਆ, ਜੇ ਪਾਣੀ ਦੀ ਗੱਲ ਵੀ ਜਿਵੇਂ ਤੁਸੀਂ ਨੇ ਸਭ ਕੀਤੀ ਆ, ਪਾਣੀ ਤਾਂ ਪਾਣੀ ਆ, ਦੁਨੀਆ 'ਚ ਕਿਤੇ ਵੀ ਮਤਲਬ H2O ਹਾਈਡਰੋਜਨ ਐਂਡ ਆਕਸੀਜਨ ਦਾ ਮਿਕਸ ਪਾਣੀ ਹੈ। ਉਹ ਜਿੱਥੇ ਵੀ ਅਸੀਂ ਆਪਣੇ ਮਾਤਾ ਪਿਤਾ ਦੇ ਮਤਲਬ ਆਸਤ ਸਤਲੁਜ ਵਿੱਚ ਪਾਏ ਨੇ, ਜਦੋਂ ਜਾਂਦੇ ਆਉਂਦੇ ਅਸੀਂ ਸਲੂਟ ਕਰ ਸਕਦੇ ਹਾਂ। ਮਤਲਬ ਇਹੋ ਹੀ ਆ ਤੁਹਾਡੇ ਲਾਗੇ, ਤੁਸੀਂ ਕੀ ਲਾਗੇ ਤੋਂ ਭਾਵ ਵੀ ਤੁਹਾਡੇ ਮਾਇੰਡ 'ਚ ਮਨੁੱਖ ਦੀ ਕਦਰ ਕੀਮਤ ਕਿਵੇਂ ਆ, ਇਹ ਜ਼ਿਆਦਾ ਇੰਪੋਰਟੈਂਟ ਆ ਬਜਾਏ ਉਹਨਾਂ ਰਸਮਾਂ ਰਿਵਾਜਾਂ ਦੇ ਜਿਨ੍ਹਾਂ ਦਾ ਕੋਈ ਵੀ ਮਤਲਬ ਅੱਜ ਦੇ ਟਾਈਮ ਵਿੱਚ ਮਤਲਬ ਫਾਇਦਾ ਨਹੀਂ ਹੈ। ਬਾਕੀ ਆਮ ਲੋਕਾਂ ਨੂੰ ਉਹ ਚੱਕਰ 'ਚ ਪਾਇਆ ਹੋਇਆ ਜੀ, ਫਲਾਣੇ ਦੀ ਗਤੀ ਨਹੀਂ ਹੁੰਦੀ,
ਜੇ ਇਹ ਨਹੀਂ ਹੁੰਦਾ। ਪਰ ਗਤੀ ਦਾ ਅਸਲ 'ਚ ਮਕਸਦ ਮੀਨਿੰਗ ਕੀ ਹੈਗਾ, ਗਤੀ ਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਗਤੀ ਕੀ ਆ। ਗਤੀ ਅਸਲ ਵਿੱਚ ਜੋ ਬੰਦਾ ਜਿਉਂਦੇ ਜੀ ਕੰਮ ਕਰਦਾ ਹੈ, ਉਹਦੇ ਜਾਣ ਤੋਂ ਬਾਅਦ ਕੀ ਅਸੀਂ ਉਹਦੇ ਕੰਮਾਂ ਨੂੰ ਅੱਗੇ ਤੋੜਦੇ ਹਾਂ ਜਾਂ ਉਹਨੂੰ ਅੱਗੇ ਲਿਜਾਂਦੇ ਹਾਂ, ਇਹ ਗਤੀ ਆ। ਗਤੀ ਕੋਈ ਹੋਰ ਮੈਜਿਕ ਜਾਂ ਜਾਦੂ ਵਾਲੀ ਗੱਲ ਨਹੀਂ ਹੈ ਜਿਹੜੀ ਮਤਲਬ ਹੋਣੀ ਚਾਹੀਦੀ ਹੈਗੀ ਆ। ਸਾਥੀਓ, ਮੈਂ ਇਹ ਸਮਝਦਾ ਹਾਂ ਵੀ ਸਾਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ ਅੱਜ ਬਦਲਣਾ ਬਹੁਤ ਜ਼ਰੂਰੀ ਹੈ। ਧਰਤੀ ਤੇ ਸਾਨੂੰ ਜਿਹੜਾ ਕੀ ਉਹਨੂੰ ਕਹਿੰਦੇ ਹੈ ਕਿ ਇਨਵਾਇਰਨਮੈਂਟ ਦਾ ਵੀ ਖਿਆਲ ਰੱਖਣਾ ਚਾਹੀਦਾ। ਪਾਣੀ ਤੇ ਪਹਿਲਾਂ ਹੀ ਬਥੇਰੇ ਗੰਦੇ ਹੋ ਚੁੱਕੇ ਨੇ ਤੇ ਉਹਨੂੰ ਆਪਾਂ ਘੱਟੋ ਘੱਟ ਜੋ ਵੀ ਬੈਸਟ ਕਰ ਸਕਦੇ ਹਾਂ ਚੇਂਜ ਕਰਨਾ ਚਾਹੀਦਾ ਆਪਣੇ ਆਪ ਨੂੰ। ਪਰ ਜਿਹੜੀਆਂ ਸਾਡੀ ਉਹ ਸੀ ਵੀ ਬੰਦੇ ਦਾ ਚੰਮ ਨਹੀਂ ਕੰਮ ਆਉਣਾ, ਆ ਨਹੀਂ ਜਿਵੇਂ ਹੁਣ ਡਾਕਟਰ ਸਾਹਿਬ ਦੱਸ ਕੇ ਹਟੇ ਆ, ਸਾਡੇ ਅੰਗ ਸਾਰੇ ਵਰਤੇ ਜਾਂਦੇ, ਉਦੋਂ ਇਹ ਗੱਲਾਂ ਇੱਥੇ ਤੱਕ ਨਹੀਂ ਸੀਗੀਆਂ। ਕੋਈ ਸਾਨੂੰ ਧਾਰਨਾਵਾਂ ਤੋਂ ਉੱਪਰ ਉੱਠਣਾ ਪਏਗਾ, ਮਤਲਬ ਜਿਹੜੇ ਆ ਉਹ ਵਰਤੋਂ 'ਚ ਆ ਸਕਦੇ ਹੈਗੇ ਆ। ਸੋ ਸਾਨੂੰ ਮਤਲਬ ਜਿਹੜਾ ਬਦਲਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਡਾ ਹੁਣ ਟਾਈਮ ਹੋਰ ਜ਼ਿਆਦਾ ਨਹੀਂ ਲੈਂਦਾ, ਮੈਨੂੰ ਪਤਾ ਕਿ ਟਾਈਮ ਦੀ ਤੁਹਾਡੇ ਕੋਲ ਸ਼ੋਰਟੇਜ ਹੈ। ਥੈਂਕ ਯੂ ਤੁਹਾਡਾ ਮੈਨੂੰ ਟਾਈਮ ਦੇਣ ਦਾ, ਬਹੁਤ ਥੈਂਕ ਯੂ। ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਦੱਸ ਦੇਵਾਂ, ਸੁਖਦੇਵ ਅਹੀਰ ਸਨ ਆਫ ਅਵਤਾਰ ਅਹੀਰ ਜਿਹੜੇ ਕਿ ਗੁਰੂ ਰਵਿਦਾਸ ਸਭਾ ਬਰਮਿੰਘਮ ਦੇ ਐਕਸ ਪ੍ਰੈਜ਼ੀਡੈਂਟ ਰਹੇ ਹਨ, ਉਹਨਾਂ ਦਾ ਲੜਕਾ ਸੁਖਦੇਵ ਅਹੀਰ ਇਸ ਦੁਨੀਆ ਤੋਂ ਰੁਖਸਤ ਹੋਇਆ ਹੈ। ਕੱਲ੍ਹ ਨੂੰ 25 ਸਤੰਬਰ ਨੂੰ ਉਹਦਾ ਆਖਰੀ ਸਫ਼ਰ ਹੈ ਅਤੇ ਉਹਦੇ ਅੰਤਮ ਦਰਸ਼ਨ ਸ਼੍ਰੀ ਗੁਰੂ ਰਵਿਦਾਸ ਭਵਨ ਹੈਂਡਲਸ ਵਿਖੇ 11:30 ਤੋਂ 12:15 ਤੱਕ ਉੱਥੇ ਜਿਹੜੇ ਅਭਿਲਾਸ਼ੀ ਆ ਜਿਨ੍ਹਾਂ ਨੇ ਉੱਥੇ ਉੱਥੇ ਆਉਣਗੇ ਅਤੇ ਉਹਦੇ ਦਾਗ ਸੈਂਡਵੈਲ ਹੋਣੇ ਹਨ 1 ਵਜੇ। ਅਤੇ ਇਹ ਮੈਨੂੰ ਬੇਸ਼ੱਕ ਕਿਸੇ ਵੱਲੋਂ ਕਿਹਾ ਨਹੀਂ ਸੀ ਕਿਉਂਕਿ ਮੇਰੀ ਉਸ ਪਰਿਵਾਰ ਦੇ ਨਾਲ ਸਾਂਝ ਹੈ, ਇਸ ਕਰਕੇ ਮੈਂ ਆਪਣੇ ਵੱਲੋਂ ਇਹ ਅਨਾਊਂਸ ਕੀਤਾ ਹੈ। ਜਿਸ ਸੱਜਣ ਨੇ ਵੀ ਜਾਣਾ ਹੈ ਤਾਂ ਉੱਥੇ ਉਹ ਆਪਣੇ ਰਿਸਪੈਕਟ ਪੇ ਕਰ ਸਕਦਾ ਹੈ। ਹਾਂਜੀ, ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ ਜੀ। ਬਹੁਤ ਦੁੱਖ ਹੋਇਆ ਇਹਨਾਂ ਨੂੰ ਸੁਣ ਕੇ ਮੌਤ ਦਾ। ਬਾਕੀ ਜਿਹੜੀ ਆ ਤੁਸੀਂ ਟੌਪਿਕ ਲੈ ਕੇ ਆਏ ਨਾ, ਇਹਦੇ ਬਾਰੇ ਇਟਸ ਵੈਰੀ ਨਾਜ਼ੁਕ। ਜਿੱਦਾਂ ਭਾਈ ਸਾਹਿਬ ਜਿਹੜੇ ਤੁਹਾਡੇ ਖੱਬੇ ਪਾਸੇ ਬੈਠੇ ਆ, ਹਾਂਜੀ, ਮੈਨੂੰ ਨਾਂ ਨਹੀਂ ਦੇਖਿਆ, ਮੈਂ ਪਹਿਲੀ ਵਾਰੀ ਤੁਹਾਡਾ ਪ੍ਰੋਗਰਾਮ ਸੁਣਿਆ। ਮੈਂ ਰਵਿੰਦਰ ਬੋਲ ਰਿਹਾ ਅਤੇ ਲੰਡਨ ਤੋਂ। ਅਤੇ ਬਹੁਤ ਸੋਹਣੀ ਗੱਲ ਕੀਤੀ, ਪਰ ਇੱਕ ਥੋੜ੍ਹੀ ਇਹ ਵਿੱਚ ਮੈਂ ਇਹਨਾਂ ਦੇ ਨਾਲ ਐਡ ਕਰਨੀ ਚਾਹੂੰਗਾ। ਕਿਉਂ ਨਾ ਆਪਾਂ ਜੀਂਦੇ ਜਾਗਦੇ ਆਪਣੇ ਜਿੰਨੇ ਤਨ ਦੇ ਆਪਣੇ ਸਰੀਰ ਦੇ ਵਿੱਚ ਮੇਨ ਔਰਗਨ ਹੈ, ਜਿੱਦਾਂ ਹਾਰਟ ਹੋਇਆ, ਲਿਵਰ ਹੋਇਆ, ਜਿਹੜੀਆਂ ਵੀ ਚੀਜ਼ਾਂ ਆਪਾਂ ਦਾਨ ਕਰ ਸਕਦੇ ਹਾਂ ਜੀ, ਆਪਾਂ ਕਿਉਂ ਨਾ ਉਹ ਆਪਾਂ ਜਿੰਨੇ ਵੀ ਆਪਣੀ ਪੰਜਾਬੀ ਕਮਿਊਨਿਟੀ ਹੈਗੀ ਉਹ ਕਹੀਏ ਲੈ ਵੀ ਇਹ ਦਾਨ ਦਿਓ ਉਹ ਰਜਿਸਟਰਡ ਹੋਵੋ। ਉਹਦੇ ਨਾਲ ਸਾਡੀ ਸਾਰੀ ਮਨੁੱਖਤਾ ਨੂੰ, ਨੋਟ ਸਾਡੀ ਪੰਜਾਬੀ ਕਮਿਊਨਿਟੀ, ਸਾਰੀ ਮਨੁੱਖਤਾ ਨੂੰ ਕਿਤੇ ਨਾ ਕਿਤੇ ਕੰਮ ਆਉਣ। ਜਦੋਂ ਆਪਾਂ ਨੂੰ ਜਲ ਜਾਣਾ ਆ, ਚਲੋ ਆਪਾਂ ਤਾਂ ਜਲਾਉਣਾ ਹੀ ਆ, ਤਾਂ ਉਸ ਵੇਲੇ ਤਾਂ ਆਪਣੇ ਕੋਲ ਆਪਾਂ ਨਾਲ ਤਾਂ ਲਿਜਾ ਨਹੀਂ ਸਕਦੇ ਕੁਛ ਵੀ, ਤਾਂ ਕਿਉਂ ਨਾ ਆਪਾਂ ਉਹ ਇਹ ਕੰਮ ਕਰੀਏ ਵੀ ਵੀਰ ਜੀ ਆਪਾਂ ਸਾਰਿਆਂ ਨੂੰ ਅਵੇਅਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਟਾਈਮ ਹੋ ਗਿਆ ਸਾਡਾ, ਬਹੁਤ ਬਹੁਤ ਥੈਂਕ ਯੂ। ਸੌਰੀ ਡਾਕਟਰ ਸਾਹਿਬ, ਤੁਸੀਂ ਹਾਂ, ਇੱਕ ਤਾਂ ਵੀਰ ਜੀ ਦੀ ਗੱਲ ਅੱਗੇ ਕਰ ਦੇਣਾ ਚਾਹੁੰਦੇ ਹਾਂ। ਅਸੀਂ ਇਹਦੇ ਬਾਰੇ ਬਹੁਤ ਹੀ ਜ਼ਿਆਦਾ, ਇੱਕ ਨਹੀਂ ਬੇਸ਼ੁਮਾਰ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮ ਕੀਤੇ ਹੈਗੇ ਅਤੇ ਇਹਨਾਂ ਬਾਰੇ ਸੈਮੀਨਾਰਸ ਵੀ ਕੀਤੇ ਹੈਗੇ, ਤਾਂ ਲਿਖਤਾਂ ਮੈਂ ਲਿਖੀਆਂ ਹੈਗੀਆਂ। ਇਹ ਬਿਲਕੁਲ ਜ਼ਰੂਰੀ ਗੱਲ ਹੈ, ਸਾਨੂੰ ਅੰਗਦਾਨ ਕਰਨਾ ਚਾਹੀਦਾ। ਦੂਸਰੀ ਯਾਨੀ ਕਿ ਗੱਲ ਜਿਹੜੀ ਬਹੁਤ ਜ਼ਰੂਰੀ ਸੀਗੀ, ਲੈ ਵੀ ਜਿਸ ਤਰ੍ਹਾਂ ਮੈਂ ਆਪਣੇ ਤੋਂ ਹੀ ਗੱਲ ਸ਼ੁਰੂ ਕੀਤੀ ਸੀ, ਲੈ ਵੀ ਉਦੋਂ ਹੀ ਬਸ ਸੈਲੀਬ੍ਰੇਸ਼ਨ ਕੀਤੀ ਜਾਵੇ, ਦੈਟਸ ਦ ਐਂਡ ਆਫ ਇਟ। ਉਸ ਤੋਂ ਬਾਅਦ ਕੋਈ 16ਵਾਂ ਨਹੀਂ, ਕੋਈ 15ਵਾਂ ਨਹੀਂ, ਕੋਈ 18ਵਾਂ ਨਹੀਂ, ਕੋਈ ਕੁਛ ਨਹੀਂ, 10ਵਾਂ ਨਹੀਂ ਹੈ। ਜਿਹੜੀ ਹੋਰ ਗੱਲ ਸੀ, ਜਿਹੜੀ ਬਹੁਤ ਅਹਿਮ ਜਿਹੜੀ ਗੱਲ ਵਿੱਚ ਰਹਿ ਗਈ ਹੈ, ਜਿਸ ਪਰਿਵਾਰ ਦਾ ਜੀ ਕੋਈ ਚੱਲ ਜਾਂਦਾ ਹੈਗਾ, ਉਹਨਾਂ ਨੂੰ ਜਿਹੜਾ ਹੌਸਲਾ ਦੇਣਾ ਬਹੁਤ ਜ਼ਰੂਰੀ ਹੈਗਾ, ਉਹਨਾਂ ਨਾਲ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈਗੀਆਂ। ਉਸ ਪਰਿਵਾਰ ਨੂੰ ਵੀ ਉਸ ਇਨਸਾਨ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ। ਵੱਧ ਤੋਂ ਵੱਧ ਜੇ ਲਿਖਿਆ ਜਾ ਸਕੇ ਲਿਖਣਾ ਵੀ ਚਾਹੀਦਾ, ਤਾਂ ਕਿ ਜਿਹੜੀ ਕਾਉਂਸਲਿੰਗ ਜਾਣੀ ਕਿ ਹੋ ਸਕੇ। ਬੱਚਿਆਂ ਨੂੰ ਬਹੁਤ ਸਾਰਾ ਹੌਸਲਾ ਦੇਣਾ ਚਾਹੀਦਾ ਅਤੇ ਇਸ ਚੀਜ਼ ਨੂੰ ਮੰਨਣਾ ਚਾਹੀਦਾ, ਕਿਉਂਕਿ ਸਾਈਕੋਲੋਜੀਕਲੀ ਜਦੋਂ ਕੋਈ ਚੀਜ਼ ਚੱਲੀ ਸਾਡੇ ਤੋਂ, ਅਸੀਂ ਉਹਨੂੰ ਐਕਸੈਪਟ ਨਹੀਂ ਕਰਦੇ ਹੈਗੇ, ਸਾਨੂੰ ਉਸ ਤੋਂ ਬਾਅਦ ਗੁੱਸਾ ਚੜ੍ਹਦਾ ਅਤੇ ਹੌਲੀ ਹੌਲੀ ਇਟ ਟੇਕਸ ਟਾਈਮ ਟੂ ਐਕਸੈਪਟ ਇਟ। ਸੋ 3 ਇਹਦੇ ਪੜਾਅ ਹੁੰਦੇ ਹੈਗੇ ਆ। ਸੋ ਇਹ ਬਹੁਤ ਜ਼ਰੂਰੀ ਹੈਗਾ, ਅਸੀਂ ਉਹਨੂੰ ਐਕਸੈਪਟ ਕਰੀਏ, ਆਪਣੇ ਬੱਚਿਆਂ ਨੂੰ ਵੀ ਹੌਸਲਾ ਦਈਏ ਅਤੇ ਜ਼ਿੰਦਗੀ ਲਾਈਫ ਗੋਜ਼ ਔਨ। ਇਹ 3 ਮੈਜਿਕ ਵਰਡਸ ਹੈਗੇ ਆ, ਲਾਈਫ ਗੋਜ਼ ਔਨ।
ਤੇ ਕੋਈ ਵੀ ਯਾਨੀ ਕਿ ਦੁਨੀਆ ਵਿੱਚ ਜੋ ਚੱਲ ਜਾਂਦਾ ਹੈਗਾ ਉਸ ਤੋਂ ਬਾਅਦ ਲਾਈਫ ਚੱਲਦੀ ਰਹਿੰਦੀ ਆ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਲਾਈਫ ਨੂੰ ਅੱਗੇ ਤੋਰੀਏ ਤੇ ਤਾਂ ਕਿ ਜਿਹੜਾ ਹੈਗਾ ਉਹ ਉਸੇ ਵਿੱਚ ਹੀ ਉਸ ਰੱਟ ਵਿੱਚ ਨਾ ਕਿਸੇ ਪੈ ਜਾਈਏ, ਨਹੀਂ ਤਾਂ ਤੁਸੀਂ ਡਿਪਰੈਸ਼ਨ ਵਿੱਚ ਜਾ ਸਕਦੇ ਹੈਗੇ ਆ ਤੇ ਇਟ ਸਮ ਪੀਪਲ ਕੈਨ ਗੋ ਅਪ ਟੂ ਇਵਨ ਸੁਸਾਈਡਲ ਟੈਂਡੈਂਸੀਜ਼। ਇਹ ਮੈਂ ਸਮਝਦਾ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਔਰ ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ। ਥੈਂਕ ਯੂ। ਔਰ ਜਿਹੜੇ ਆਪਣੇ ਕਾਲਰ ਸੀ ਸੰਦੇ ਅੱਜ ਉਹਨਾਂ ਨੇ ਵੀ ਬਹੁਤ ਵਧੀਆ ਵਧੀਆ ਆਪਣੇ ਵਿਊ ਦਿੱਤੇ। ਚੌਹਾਨ ਸਾਹਿਬ, ਗੁਰਨਾਮ ਸਿੰਘ, ਡਾਕਟਰ ਗੁਰਨਾਮ ਸਿੰਘ ਤੇ ਮਾਨ ਸਾਹਿਬ, ਬਾਕੀ ਹੋਰ ਵੀ ਜਿਹੜੇ ਆਏ ਆ, ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਸਾਹਮਣੇ ਆਈ ਆ ਉਹ ਇਹ ਆ ਕਿ ਵੀ ਅਗਰ ਅਸੀਂ ਆਪਣੀ ਬੋਡੀ ਨੂੰ ਦਾਨ ਕਰਨ ਦਾ ਮਾਦਾ ਬਣਾ ਲਈਏ, ਇੱਕ ਤਾਂ ਗੱਲ ਹੈਗੀ ਕਿ ਜਿਹੜੀ ਸਾਡੀ ਬੋਡੀ ਦੇ ਪਾਰਟਸ ਹੈਗੇ ਆ ਉਹ ਕਿਸੇ ਜੀਂਦੇ ਇਨਸਾਨ ਦੇ ਕੰਮ ਆ ਸਕਦੇ, ਕਿਸੇ ਦੀ ਜ਼ਿੰਦਗੀ ਵਿੱਚ ਇਜ਼ਾਫਾ ਹੋ ਸਕਦਾ। ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਰਸਮ ਹੈਗੇ ਉਹ ਆਟੋਮੈਟਿਕ, ਜੇ ਤੁਸੀਂ ਬੋਡੀ ਦਾਨ ਕਰਦੀ ਤਾਂ ਬੋਡੀ ਤੁਹਾਡੇ ਕੋਲ ਤਾਂ ਮੁੜ ਕੇ ਆਉਣੀ ਨਹੀਂ, ਨਾ ਬੋਡੀ ਮੁੜ ਕੇ ਆਉ, ਨਾ ਅਸ ਹੋਣਗੇ ਤਾਂ ਨਾ ਤੁਸੀਂ ਤਾਰੋਗੇ ਤਾਂ ਨਾ ਝਗੜਾ ਪਊਗਾ। ਅਗਰ ਤੁਸੀਂ ਪਰਿਵਾਰ ਨੇ ਬੈਠ ਕੇ 16ਵੇਂ ਦਿਨ ਜਾਂ 15ਵੇਂ ਦਿਨ ਜਾਂ ਤੀਜੇ ਦਿਨ ਇਹ ਬੈਠ ਕੇ ਫੈਸਲਾ ਕਰਨਾ ਵੀ ਅੱਜ ਤੋਂ ਬਾਅਦ ਆਪਾਂ ਹੁਣ ਕੰਮਾਂ ਕਾਰਾਂ 'ਤੇ ਜਾਈਏ, ਕਿਉਂਕਿ ਜ਼ਿੰਦਗੀ ਨੂੰ ਤਾਂ ਅੱਗੇ ਤੋਰਨਾ ਪੈਣਾ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਲਾਈਫ ਮਸਟ ਗੋ ਔਨ, ਅਸੀਂ ਮੂਵ ਔਨ ਹੁੰਦਾ। ਅਸੀਂ ਇਹ ਕਰ ਸਕਦੇ ਆਪਸ ਵਿੱਚ ਬੈਠ ਕੇ ਵੀ ਆਪਾਂ ਹੁਣ ਇਸ ਦਿਨ ਤੋਂ ਬਾਅਦ ਆਪਾਂ ਚੱਲੀਏ ਕੰਮ 'ਤੇ, ਜਿਹਨੇ ਆਉਣਾ ਸੀ ਆਪਣੇ ਕੋਲ ਆ ਗਿਆ, ਹੁਣ ਜੇ ਕੋਈ ਆ ਗਿਆ ਤਾਂ ਠੀਕ ਆ, ਨਹੀਂ ਆ ਗਿਆ ਤਾਂ ਵੀ ਠੀਕ ਆ। ਇਹ ਇੱਕ ਡਿਸੀਜਨ ਵਾਲੀ ਗੱਲ ਹੁੰਦੀ ਆ। ਬਾਕੀ ਸਾਨੂੰ ਸਪੋਰਟਿਵ ਐਟੀਟਿਊਡ ਸ਼ੋਅ ਕਰਨਾ ਚਾਹੀਦਾ, ਸਾਨੂੰ ਰਵੱਈਆ ਉਹ ਅਪਣਾਉਣਾ ਚਾਹੀਦਾ ਕਿ ਅਸੀਂ ਜਿਨ੍ਹਾਂ ਦਾ ਜੀ ਚਲਾ ਗਿਆ ਉਹਨਾਂ ਨੂੰ ਹੌਸਲਾ ਦੇਈਏ, ਉਹਨਾਂ ਨਾਲ ਮੁਹੱਬਤ ਸ਼ੋਅ ਕਰੀਏ। ਵੀ ਇੱਕ ਮੋਟੀ ਜਿਹੀ ਗੱਲ ਆਪਾਂ ਕਹਿ ਦਿੰਦੇ, ਉਹ ਕਹਿੰਦੇ ਕਿ ਵੀ ਇੱਥੇ ਬੱਸ ਕਿਸੇ ਦਾ ਨਹੀਂ ਚੱਲਦਾ। ਇਹ ਗੱਲ ਸਹੀ ਆ ਕਿ ਬੰਦਾ ਆਇਆ ਉਹ ਚਲਾ ਗਿਆ, ਪਰ ਜਿਹੜੇ ਹੈਗੇ ਆਪਾਂ ਗੱਲ ਜ਼ਿੰਦਗੀ ਦੀ ਕਰੀਏ, ਉਹਨੇ ਜ਼ਿੰਦਗੀ 'ਚ ਕੀ ਕੀਤਾ, ਕੀ ਛੱਡ ਕੇ ਗਿਆ, ਕੀ ਦੇ ਕੇ ਗਿਆ, ਕੀ ਸਿਖਾ ਕੇ ਗਿਆ, ਔਰ ਤੁਸੀਂ ਜ਼ਿੰਦਗੀ 'ਚ ਕੀ ਕਰਦੇ ਹੋ। ਉਹ ਜਿਹੜੀ ਤੁਸੀਂ ਉਹ ਝਗੜੇ ਜਿਹੜੇ ਉਹ ਸਾਰੀ ਗੱਲ ਇੱਥੇ ਖਤਮ ਹੁੰਦੀ ਆ ਅਗਰ ਤੁਸੀਂ ਆਪਣੀ ਬੋਡੀ ਦਾਨ ਕਰ ਦਿੰਦੇ ਆ, ਡੋਨੇਟ ਕਰ ਦਿੰਦੇ ਆ। ਇਹ ਸਾਰਾ ਚੰਗਾ ਕੰਮ ਹੁੰਦਾ, ਮਾੜੀਆਂ ਗੱਲਾਂ ਸਾਰੀਆਂ ਖਤਮ ਹੋ ਜਾਂਦੀਆਂ। ਅਸੀਂ ਮਿਲਾਂਗੇ ਅਗਲੇ ਹਫ਼ਤੇ। ਤੁਹਾਡਾ ਸਾਰਿਆਂ ਦਾ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ।